जेल मंत्री ऐसे होए आ ਜਦੋਂ देश की आज़ादी हुई है कि पहला जेल मंत्री जेल च है और तस्वीरां ऐसियां वायरल होईयां ते निशाने ते आ गए जेल मंत्री सतेंद्र जैन। ਇਹ ਕੱਟੜ ਇਮਾਨਦਾਰ ਨਹੀਂ, ਇਹ ਵੱਡੇ ਬੇਈਮਾਨ ਬੰਦੇ ਨੇ। ਕਾਲਾ ਧਨ ਇਹਦੇ ਅਕਾਊਂਟ ਵਿੱਚ ਆਇਆ ਹੋਇਆ, ਤਾਂ ਉਹਨੂੰ ਅਦਾਲਤ ਬੇਲ ਨਹੀਂ ਦੇ ਰਹੀ। ਜੋ ਇੱਕ ਸੁਕੇਸ਼ ਚੰਦਰਾ ਸ਼ੇਖਰ ਹੋਇਆ, ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਸ਼ਿਕਾਇਤ ਕੀਤੀ ਕਿ 50 ਕਰੋੜ ਰੁਪਇਆ ਤਾਂ ਮੇਰੇ ਤੋਂ ਸਤਿੰਦਰ ਜੈਨ ਤੇ ਕੇਜਰੀਵਾਲ ਨੇ ਲਿਆ ਵਾ। ਸਤਿੰਦਰ ਜੈਨ ਜਿਹੜੇ ਕਹਿੰਦੇ ਅਸੀਂ ਬਹੁਤ ਸਧਾਰਨ ਜਿਹੇ ਬੰਦੇ, ਮਾਲਿਸ਼ ਕਰਾ ਰਿਹਾ ਵਾ, ਮਸਾਜ ਹੋ ਰਹੀ ਆ, ਚੰਪੀ ਹੋ ਰਹੀ ਆ। ਮਨੀਸ਼ ਸਿਸੋਦੀਆ ਤਾਂ ਇਹ ਕਹਿ ਰਹੇ ਸੀ ਉਹਨਾਂ ਦੀ ਸਰਜਰੀ ਹੋਈ ਹੈ ਤੇ ਉਹਨਾਂ ਨੂੰ ਦੱਸਿਆ ਡਾਕਟਰ ਨੇ ਸਹੂਲਤਾਂ ਨੇ। ਉਹ ਪੂਰਾ ਇੰਜੋਏ ਕਰ ਰਿਹਾ ਵਾ, ਇੱਕ ਆਦਮੀ ਉਹਦੀ ਸਿਰ ਦੀ ਮਾਲਿਸ਼ ਕਰ ਰਿਹਾ, ਬੋਡੀ ਦੀ ਮਸਾਜ ਕਰ ਰਿਹਾ। ਹਰਜੋਤ ਬੈਂਸ ਨੂੰ ਪੁੱਛਣਾ ਚਾਹੁੰਦਾ ਮੈਂ ਕਿ ਤੁਸੀਂ ਇੱਥੇ ਕਹਿੰਦੇ ਸੀ ਜੀ ਬੜਾ VVIP ਕਲਚਰ ਪੈਦਾ ਕੀਤਾ ਕਾਂਗਰਸ ਨੇ, ਤੁਹਾਡੀਆਂ ਜੇਲ੍ਹ ਡਿਪਾਰਟਮੈਂਟ ਕੇਜਰੀਵਾਲ ਦੇ ਥੱਲੇ ਆ। ਹਰਜੋਤ ਦੀ ਗੱਲ ਆ ਗਈ ਤਾਂ ਮੈਨੂੰ ਮਾਈਨਿੰਗ ਚੇਤੇ ਆ ਗਈ। ਆਨੰਦਪੁਰ ਸਾਹਿਬ ਦਾ ਭਲਾਨ ਪਿੰਡ, ਉਹਦੇ 'ਚ 36-37 ਫੁੱਟ ਡੂੰਗੀ ਡੀਸਿਲਟਿੰਗ ਮਾਈਨਿੰਗ ਕੀਤੀ ਆ, ਜਿਹੜੀ ਕਿ ਗੈਰ ਕਾਨੂੰਨੀ, ਜਿਹੜੀ ਹਾਈ ਕੋਰਟ ਨੇ ਬੰਦ ਕਰਾ ਦਿੱਤੀ। ਜਿਹੜਾ ਕੰਮ ਪੁਰਾਣੀਆਂ ਪਾਰਟੀਆਂ ਕਰਦੀਆਂ ਰਹੀਆਂ, ਉਹਨੂੰ ਉਹਦੇ ਰਿਕਾਰਡ ਤੋੜ ਰਹੇ ਨੇ ਹਰ ਗੱਲ। ਅੰਮ੍ਰਿਤਪਾਲ ਸਿੰਘ ਦੀ ਜਦੋਂ ਦੀ ਐਂਟਰੀ ਹੋਈ ਪੰਜਾਬ ਵਿੱਚ, ਉਸਨੇ ਆਪਣੇ ਵਿਚਾਰਾਂ ਦੇ ਨਾਲ ਚਾਹੇ ਨੌਜਵਾਨਾਂ ਨੂੰ ਪਿੱਛੇ ਲਾਇਆ। ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੀ ਵੀ ਬਹੁਤ ਅੱਖ ਹੈ, ਥਾਂ ਥਾਂ ਤੇ ਉਹ ਟਵੀਟ ਵੀ ਕਰਦੇ ਆ, ਜਿੱਥੇ ਜਾਂਦੇ ਆ ਉਹਨਾਂ ਦੇ ਖਿਲਾਫ ਵੀ ਬੋਲਦੇ ਆ। ਮੈਂ ਅੰਮ੍ਰਿਤਪਾਲ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰ ਰਿਹਾ। ਜਦ ਤੱਕ ਕੋਈ ਆਦਮੀ ਕਿਸੇ ਵਾਇਲੈਂਟ ਗੱਲ ਵਿੱਚ ਉਹਦੀ ਇਨਵੋਲਵਮੈਂਟ ਨਹੀਂ ਆ ਰਹੀ, ਕਤਲੋ-ਗਾਰਤ, ਮਾਰ-ਤਾੜ, ਖੂਨ ਖਰਾਬਾ, ਸੁਪਰੀਮ ਕੋਰਟ ਨੇ ਕਿਹਾ ਕਿ ਮਹਿਜ਼ ਮੰਗ ਕਰਨਾ ਈਵਨ ਫॉर ਅ ਇੰਡੀਪੈਂਡੈਂਟ ਸਟੇਟ ਇਜ਼ ਨੋ ਆਫੈਂਸ। ਕਿ ਜਦ ਤੱਕ ਅੰਮ੍ਰਿਤਪਾਲ ਸਿੰਘ ਕੋਈ ਇਦਾਂ ਦੀ ਗੱਲ ਕਰ ਰਿਹਾ ਪ੍ਰਚਾਰ ਰਾਹੀਂ, ਉਹਦੇ ਬਾਰੇ ਆਪਾਂ ਕੀ ਕਹਾਂਗੇ ਕਿ ਹੁਣ ਗੋਲੀ ਮਾਰ ਦਿਓ ਕਿਸੇ ਬੰਦੇ ਨੂੰ। ਤੇ ਕਹਿ ਰਿਹਾ ਵਾ ਕਿ ਅੰਮ੍ਰਿਤ ਛਕਾਉਣਾ ਮੈਂ ਲੋਕਾਂ ਨੂੰ। ਹਾਊ ਕੈਨ ਵੀ ਸੇ ਕਿ ਤੁਸੀਂ ਅੰਮ੍ਰਿਤ ਨਾ ਛਕਾਓ, ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾ ਜੋੜੋ। ਕਿਸਾਨ ਅੰਦੋਲਨ ਤੋਂ ਬਾਅਦ ਐਂਟੀ ਦਿੱਲੀ ਬਣਿਆ ਹੋਇਆ ਫੀਲਿੰਗਸ ਲੋਕ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੀ ਜਿਹੜੀ ਸਾਰਾ ਸੱਤਾ ਦੀ ਪ੍ਰਣਾਲੀ ਹੈਗੀ ਉਹ ਪੰਜਾਬ ਦੇ ਵਿੱਚੋਂ ਚੱਲੇ। ਗਨ ਕਲਚਰ ਨੂੰ ਰੋਕਣ ਦੇ ਲਈ ਜਿਸ ਤਰ੍ਹਾਂ ਦੀ ਸਰਕਾਰ ਤੋਂ ਫੈਸਲੇ ਲਏ ਗਏ, ਉਸ ਬਾਰੇ ਤੁਹਾਡਾ ਕੀ ਵਿਚਾਰ ਹੈ? ਬੈਨ ਕਰਨਾ ਚੀਜ਼ਾਂ ਇਹ ਮਸਲੇ ਦਾ ਹੱਲ ਨਹੀਂ ਹੈ। ਸਿੱਧੂ ਮੂਸੇਵਾਲੇ 'ਚ ਕਿਹੜੇ ਹਥਿਆਰ ਵਰਤੇ? ਉਹ ਲਾਇਸੈਂਸੀ ਹਥਿਆਰ ਥੋੜ੍ਹੇ ਸੀਗੇ। ਆਰਨੈਤ ਦੇ ਗਾਣੇ ਦਾ, ਪਰ ਮੈਂ ਬੈਨ ਕਰਨ ਦੇ ਹੱਕ ਵਿੱਚ ਨਹੀਂ ਗਾ, ਕਿਉਂਕਿ ਆਰਟਿਸਟ ਨੇ ਕੋਈ ਇੱਕ ਦੋ ਗੀਤ ਸੁਣ ਕੇ ਬੰਦੂਕਾਂ ਚੱਕ ਲੇਗਾ ਤੇ ਫਿਰ ਨੌਜਵਾਨ ਕਾਹਦਾ ਵਾ? ਇਹਦਾ ਮਤਲਬ ਉਹਦੀ ਅਪਬ੍ਰਿੰਗਿੰਗ ਵਿੱਚ, ਉਹਦੇ ਸੰਸਕਾਰਾਂ ਵਿੱਚ ਕਮੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਹ ਦਲੀਲ ਬਹੁਤ ਦਿੰਦੇ ਆ ਸਟੇਜ ਤੋਂ, ਤੁਸੀਂ ਵੀ ਸੁਣੀ ਹੋਣੀ ਹੈ, ਕਿ ਇਹ ਇੱਕਦਮ ਜਾਂ ਰਾਤੋਂ ਰਾਤ ਬਦਲਣ ਵਾਲੀਆਂ ਚੀਜ਼ਾਂ ਨਹੀਂ। ਭਗਵੰਤ ਮਾਨ ਦਾ ਜਿੱਦਾਂ ਗ੍ਰਿਪ ਹੋਣਾ ਚਾਹੀਦਾ, ਬਿਕੋਜ਼ ਹੋਮ ਮਿਨਿਸਟਰ ਵੀ ਉਹੀ ਹੈ ਕਿ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਫੋਰਸ ਤੇ ਗ੍ਰਿਪ ਇੱਕ ਚਾਹੀਦਾ ਚੀਫ ਮਿਨਿਸਟਰ ਦਾ, ਹੋਮ ਮਿਨਿਸਟਰ ਦਾ, ਉਹ ਨਜ਼ਰ ਨਹੀਂ ਆ ਰਿਹਾ। ਸਾਡੇ ਅਫਸਰ ਹਦਾਇਤਾਂ ਲੈਣ ਕੇਜਰੀਵਾਲ ਕੋ ਜਾਣਗੇ, ਰਾਘਵ ਚੱਡੇ ਕੋ ਜਾਣਗੇ, ਤੇ ਉਹਦੇ ਪਾਵਰ ਸੈਂਟਰਸ ਅਲੱਗ-ਅਲੱਗ ਬਣ ਜਾਂਦੇ ਨੇ। ਜਿਹੜਾ ਰਾਘਵ ਚੱਡਾ ਨੂੰ ਚੇਅਰਮੈਨ ਬਣਾਇਆ ਸੀ, ਕਿ ਉਸ ਐਡਵਾਈਜ਼ਰੀ ਕਮੇਟੀ ਹਟਾਇਆ ਤਾਂ ਨਹੀਂ ਇਹਨਾਂ ਹੈ। ਭਗਵੰਤ ਮਾਨ ਨੂੰ ਉਹ ਬਹੁਤ ਆਊਟ ਆਫ ਸਟੇਟ ਰੱਖ ਰਹੇ ਨੇ, ਕਦੀ ਗੁਜਰਾਤ ਲੈ ਜਾਂਦੇ ਨੇ, ਕਦੀ ਹਿਮਾਚਲ ਪ੍ਰਦੇਸ਼ ਲੈ ਜਾਂਦੇ ਨੇ। ਮੈਨੂੰ ਯਾਦ ਹੈ ਭਗਵੰਤ ਸਿੰਘ ਮਾਨ ਦੇ ਸਭ ਤੋਂ ਇੰਪੋਰਟੈਂਟ ਟੋਟਕਾ ਹੁੰਦਾ ਸੀਗਾ ਕਿ ਪੰਜਾਬ ਦੇ ਵਿੱਚ ਚੁੱਲ੍ਹਿਆਂ ਦੀ ਅੱਗ ਬੁਝ ਰਹੀ ਹੈ ਤੇ ਚੁੱਲ੍ਹਿਆਂ ਦੀ ਅੱਗ ਆਪਾਂ ਬਾਲਣੀ ਹੈ। ਇਹਨਾਂ ਨੇ ਪਿਛਲੇ 9 ਮਹੀਨਿਆਂ ਦੇ ਵਿੱਚ ਆਲਮੋਸਟ 40,000 ਕਰੋੜ ਰੁਪਏ ਦਾ ਕਰਜ਼ਾ ਚੱਕਿਆ। ਸਰਕਾਰ ਨੇ ਪੈਸਾ ਬਹੁਤ ਉਡਾਇਆ ਇਸ਼ਤਿਹਾਰਬਾਜ਼ੀ ਤੇ। ਗੁਜਰਾਤ ਜਿਹੜੇ ਉਮੀਦਵਾਰ ਨਾਇਬ ਤਹਿਸੀਲਦਾਰ ਦੇ ਇਮਤਿਹਾਨ ਤੋਂ ਥੋੜਾ ਸਮਾਂ ਪਹਿਲਾਂ ਪਟਵਾਰੀਆਂ 'ਚ ਫੇਲ ਹੋ ਗਏ, 8 ਬੰਦੇ ਉਹਦੇ ਟੌਪਰ ਆ ਗਏ ਜਿਹੜੇ ਪਟਵਾਰੀ ਨਹੀਂ ਬਣ ਸਕੇ। ਹੁਣ ਪਤਾ ਲੱਗਿਆ ਵਾ ਕਿ 22 ਲੱਖ ਰੁਪਏ ਨੂੰ ਨੌਕਰੀ ਵਿਕਰੀ ਸੀ। ਸੂਬਾ ਪੰਜਾਬ ਹੋਵੇ ਜਾਂ ਭਾਰਤ ਪੱਧਰ ਦੀ ਗੱਲ ਹੋਵੇ, ਜਦੋਂ ਕੋਈ ਸਰਕਾਰ ਸੱਤਾ ਵਿੱਚ ਕਿਸੇ ਵੀ ਪਾਰਟੀ ਦੀ ਹੋਵੇ ਤੇ ਆਪੋਜੀਸ਼ਨ ਤੇ ਮੀਡੀਆ ਦੀ ਜਿਹੜੀ ਭੂਮਿਕਾ ਹੈ ਉਹ ਬੜੀ ਜ਼ਬਰਦਸਤ ਹੋਣੀ ਚਾਹੀਦੀ ਹੈ, ਤਾਂ ਹੀ ਸਹੀ ਟਰੈਕ ਦੇ ਉੱਤੇ ਸਰਕਾਰ ਕੰਮ ਕਰ ਸਕਦੀ ਹੈ। ਪਰ ਅਸੀਂ ਅੱਜ ਗੱਲ ਕਰਾਂਗੇ ਕਿ ਪੰਜਾਬ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਉਹ ਕਿੰਨੀ ਕੁ ਸਹੀ ਦਿਸ਼ਾ ਵੱਲ ਤੁਰ ਰਹੀ ਹੈ, ਔਰ ਜਿਹੜੇ ਫੈਸਲੇ ਹੁਣ ਤੱਕ ਲਏ ਗਏ ਉਹ ਚਾਹੇ ਪੰਜਾਬ ਦੇ ਸੂਬੇ ਨੂੰ ਪ੍ਰਫੁੱਲਤ ਕਰਨ ਲਈ ਦੱਸਿਆ ਗਿਆ, ਪਰ ਉਸ ਦੇ ਪਿਛਲੇ ਕਾਰਨ ਕੀ ਨੇ, ਸਾਰੇ ਮਸਲਿਆਂ ਤੇ ਗੱਲ ਕਰਾਂਗੇ। ਔਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ, ਪੰਜਾਬ ਦੇ ਸਹੂਲਤਾਂ ਦੇਣ ਦੇ ਨਾਮ ਦੇ ਉੱਤੇ ਮੁਫਤਖੋਰੀ ਦੀਆਂ ਗੱਲਾਂ, ਔਰ ਗਨ ਕਲਚਰ ਨੂੰ ਠੱਲ ਪਾਉਣ ਦੇ ਲਈ ਕਿਸ ਤਰੀਕੇ ਦੇ ਫੈਸਲੇ ਲਏ ਗਏ, ਇਹ ਸਾਰੇ ਮਸਲੇ ਤੇ ਗੱਲ ਕਰਾਂਗੇ। ਮੇਰੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ, ਔਰ ਇਹਨਾਂ ਨੇ ਵਿਰੋਧੀ ਧਿਰ ਦੇ ਵਜੋਂ ਵੀ, ਨੇਤਾ ਦੇ ਵਜੋਂ ਵੀ ਭੂਮਿਕਾ ਨਿਭਾਈ ਹੈ ਆਮ ਆਦਮੀ ਪਾਰਟੀ ਤੋਂ। ਤਾਂ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਜੀ। ਸਭ ਤੋਂ ਪਹਿਲਾ ਤੇ ਭਖਦਾ ਸਵਾਲ ਆ ਜਿਹੜਾ ਅੱਜ ਦਾ, ਸਾਰੇ ਪੰਜਾਬ ਦੇ ਲੋਕ ਬੜੀ ਨਜ਼ਰ ਬਣਾਈ ਰੱਖੇ ਆ ਕਿ ਸਰਕਾਰ ਸਾਡੇ ਲਈ ਕੁਝ ਕਰੇ, ਪਰ ਜਿਸ ਤਰੀਕੇ ਨਾਲ ਕ੍ਰਾਈਮ ਦੇ ਵੱਲ ਨੂੰ ਵੱਧ ਰਹੇ ਆ, ਪੰਜਾਬ ਨੂੰ ਧੱਕਿਆ ਜਾ ਰਿਹਾ, ਔਰ ਗਨ ਕਲਚਰ ਨੂੰ ਰੋਕਣ ਦੇ ਲਈ ਜਿਸ ਤਰ੍ਹਾਂ ਦੀ ਸਰਕਾਰ ਤੋਂ ਫੈਸਲੇ ਲਏ ਗਏ, ਉਸ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਸਹੀ ਦਿਸ਼ਾ ਹੈ ਜਾਂ ਕੋਈ ਇਸ ਤੋਂ ਅੱਗੇ ਸਟੈਪ ਲੈਣ ਦੀ ਲੋੜ ਆ? ਦੇਖੋ, ਪਿਛਲੇ ਕੁਝ ਸਮੇਂ ਤੋਂ ਬੜੀ ਹੀ ਖਤਰਨਾਕ ਵਾਕਿਆਤ ਜਿਹੜੇ ਵਾਪਰੇ ਨੇ ਪੰਜਾਬ 'ਚ। ਸਿੱਧੂ ਮੂਸੇਵਾਲੇ ਦੇ ਕਤਲ ਤੋਂ ਲੈ ਕੇ ਗੱਲ ਰੁਕ ਨਹੀਂ ਰਹੀ। ਦਿਨ ਦਿਹਾੜੇ ਕਤਲ, ਭਾਵੇਂ ਉਹ ਕਿਸੇ ਜ਼ਾਤ ਦੇ ਹੋਣ, ਕਿਸੇ ਧਰਮ ਦੇ ਹੋਣ, ਜਦੋਂ ਕੋਈ ਵਿਅਕਤੀ ਦਿਨੇ ਗੋਲੀਆਂ ਮਾਰ ਕੇ ਮਾਰਿਆ ਜਾਂਦਾ
ਤਾਂ ਉਹਦਾ ਪ੍ਰਭਾਵ ਆਮ ਨਾਗਰਿਕ ਤੇ ਬਹੁਤ ਪੈਂਦਾ। ਇੱਕ ਭੈ ਦਾ ਮਾਹੌਲ ਪੰਜਾਬ ਦੇ ਵਿੱਚ ਕ੍ਰੀਏਟ ਹੁੰਦਾ ਔਰ ਇਹ ਪਿਛਲੇ 9 ਮਹੀਨਿਆਂ 'ਚ ਵੱਧਦਾ ਹੀ ਤੁਰਿਆ ਆਉਂਦਾ, ਇਹ ਘਟ ਨਹੀਂ ਰਿਹਾ ਔਰ ਗਵਰਨਮੈਂਟ ਕਿਤੇ ਨਾ ਕਿਤੇ ਇਹਦੇ ਕੰਟਰੋਲ ਕਰਨ ਵਿੱਚ ਬਿਲਕੁਲ ਅਸਫਲ ਹੋਈ ਆ। ਜੇ ਆਪਾਂ ਗੱਲ ਕਰ ਲਈਏ, ਸਿੱਧੂ ਮੂਸੇਵਾਲੇ ਦੇ ਪੇਰੈਂਟਸ ਹੀ ਸੰਤੁਸ਼ਟ ਨਹੀਂ ਗਏ ਔਰ ਜਿੰਨੇ ਵੀ ਬੰਦੇ ਉਹ ਪੰਜਾਬ 'ਚੋਂ, ਅਗਰ ਪਹਿਲੀ ਗੱਲ ਤਾਂ ਦਿੱਲੀ ਵਾਲੀ ਪੁਲਿਸ ਫੜ ਕੇ ਲੈ ਕੇ ਆਉਂਦੀ, ਇੱਥੋਂ ਜਦੋਂ ਭੱਜ ਜਾਂਦੇ ਮੁੜ ਕੇ ਫਿਰ ਫੜ ਕੇ ਉਹ ਲੈ ਕੇ ਆਉਂਦੇ। ਇਹਦਾ ਮਤਲਬ ਸਾਡੀ ਫੋਰਸ ਦੀ ਇਨਕੰਪੀਟੈਂਸੀ ਸਾਹਮਣੇ ਨਜ਼ਰ ਆ ਰਹੀ ਆ ਔਰ ਮੈਂ ਸਮਝਦਾ ਕਿ ਲਾਅ ਐਂਡ ਆਰਡਰ ਬਹੁਤ ਇੰਪੋਰਟੈਂਟ ਇਸ਼ੂ ਆ। ਤੁਸੀਂ ਗੱਲ ਮੇਰੀ ਇੱਕ ਧਿਆਨ ਨਾਲ ਸੁਣਿਓ ਕਿ ਦੁਨੀਆ ਦੇ ਵਿੱਚ ਦੁਬਈ ਜਿਹੜਾ ਅੱਜ ਤੋਂ 30-35 ਸਾਲ ਜਿੱਥੇ ਕਰੰਸੀ ਭਾਰਤ ਦੀ ਜ਼ਿਆਦਾ ਪਾਵਰਫੁਲ ਸੀਗੀ, ਅੱਜ ਉਹ ਬਹੁਤ ਨੰਬਰ 1 ਇਨਵੈਸਟਮੈਂਟ ਹੱਬ ਬਣ ਗਿਆ ਵਰਲਡ ਦਾ, ਕਿਉਂਕਿ ਉਹਨਾਂ ਨੇ ਸਭ ਤੋਂ ਪਹਿਲਾਂ ਲਾਅ ਐਂਡ ਆਰਡਰ ਮੇਨਟੇਨ ਕੀਤਾ, ਉਹਨਾਂ ਨੇ ਸਟੇਬਿਲਿਟੀ ਦਿੱਤੀ, ਸਭ ਨੂੰ ਮਹਿਫੂਜ਼ ਕੀਤਾ। ਦੁਨੀਆ ਦੇ ਜਿੰਨੀ ਦੁਨੀਆ ਭਰ ਦੇ ਨਾਗਰਿਕ ਸੀਗੇ, ਕੀ ਗੋਰੇ ਤੇ ਕੀ ਕਾਲੇ ਤੇ ਕੀ ਜੈਪਨੀਜ਼ ਤੇ ਕੀ ਚਾਈਨੀਜ਼, ਉਹ ਸਾਰੇ ਉੱਥੇ ਇਨਵੈਸਟ ਕਰਦੇ। ਸੋ ਪੰਜਾਬ 'ਚ ਜਦੋਂ ਇੱਦਾਂ ਦੀ ਕੋਈ ਗੱਲਾਂ ਵਾਪਰਦੀਆਂ ਨੇ, ਜਿੱਦਾਂ ਬਠਿੰਡੇ ਉਹ 2 ਦਿਨ ਪਹਿਲਾਂ ਇੱਕ ਔਰਤ ਨੂੰ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਪੁਲਿਸ ਚੌਂਕੀ ਤੋਂ ਐਵੇਂ ਮਤਲਬ 10-15 ਗਜ਼ ਦੂਰ ਗੋਲੀਆਂ ਮਾਰ ਕੇ ਚਲੇ ਗਏ ਨੇ। ਸੋ ਇਹਦਾ ਇੰਪੈਕਟ ਬਹੁਤ ਐਡਵਰਸ ਪੈ ਰਿਹਾ। ਤੁਸੀਂ ਗੱਲ ਕੀਤੀ ਗਨ ਕਲਚਰ ਦੀ, ਮੇਰਾ ਮੰਨਣਾ ਵਾ ਕਿ ਬੈਨ ਕਰਨਾ ਚੀਜ਼ਾਂ ਇਹ ਮਸਲੇ ਦਾ ਹੱਲ ਨਹੀਂ ਹੈਗੇ। ਹੁਣ ਜਦੋਂ ਫਰਜ਼ ਕਰੋ ਤੁਸੀਂ ਬੈਨ ਕਰੋਗੇ, ਤੁਸੀਂ ਤਾਂ ਲਾਇਸੈਂਸੀ ਹਥਿਆਰ ਬੈਨ ਕਰੋਗੇ ਨਾ, ਤੇ ਕ੍ਰਾਈਮ ਕਰਨ ਵਾਲੇ ਤਾਂ ਲੈ ਕੇ ਆ ਰਹੇ ਨੇ ਇਲੀਗਲ ਵੈਪਨਸ, ਹਥਿਆਰ ਤਾਂ ਸਾਰੇ ਬਾਹਰੋਂ ਆ ਰਹੇ ਨੇ, ਆਟੋਮੈਟਿਕ ਵੈਪਨਸ ਵੀ ਨੇ। ਸਿੱਧੂ ਮੂਸੇਵਾਲੇ 'ਚ ਕਿਹੜੇ ਹਥਿਆਰ ਵਰਤੇ? ਉਹ ਲਾਇਸੈਂਸੀ ਹਥਿਆਰ ਥੋੜ੍ਹੇ ਸੀਗੇ। ਗੀਤ ਬੈਨ ਕਰ ਰਹੇ ਨੇ, ਹਾਲਾਂਕਿ ਮੈਂ ਜ਼ਰੂਰ ਗੱਲ ਇੱਕ ਨੁਕਤਾ ਉਠਾਇਆ ਆਰਨੈਤ ਦੇ ਗਾਣੇ ਦਾ, ਪਰ ਮੈਂ ਬੈਨ ਕਰਨ ਦੇ ਹੱਕ ਵਿੱਚ ਨਹੀਂ ਗਾ, ਕਿਉਂਕਿ ਆਰਟਿਸਟ ਨੇ, ਤੁਸੀਂ ਆਰਟਿਸਟ ਨੇ ਆਪਣਾ ਫਨ ਦਾ ਮੁਜ਼ਾਹਰਾ ਕਰਨਾ ਹੁੰਦਾ ਔਰ ਇਹਦਾ ਮੈਂ ਸਮਝਦਾ ਕਿ ਇਹਦੇ ਨਾਲੋਂ ਬੈਟਰ ਹੈਗੀ ਆ ਕਿ ਤੁਸੀਂ ਐਜੂਕੇਟ ਕਰੋ ਲੋਕਾਂ ਨੂੰ। ਜਿਹੜਾ ਤੁਸੀਂ ਕਹਿੰਦੇ ਕਿ ਅਗਰ ਆਪਣਾ ਨੌਜਵਾਨ ਇੰਨਾ ਕੁ ਕਮਜ਼ੋਰ ਆ ਕਿ ਉਹ 1-2 ਗੀਤ ਸੁਣ ਕੇ ਬੰਦੂਕਾਂ ਚੱਕ ਲੇਗਾ, ਤੇ ਫਿਰ ਨੌਜਵਾਨ ਕਾਹਦਾ ਵਾ? ਇਹਦਾ ਮਤਲਬ ਉਹਦੀ ਅਪਬ੍ਰਿੰਗਿੰਗ ਵਿੱਚ, ਉਹਦੇ ਸੰਸਕਾਰਾਂ ਵਿੱਚ ਕਮੀ ਆ। ਇੱਕ ਗੱਲ ਤੇ ਨਾ ਮੁੱਖ ਮੰਤਰੀ ਭਗਵੰਤ ਮਾਨ ਇਹ ਦਲੀਲ ਬਹੁਤ ਦਿੰਦੇ ਆ ਸਟੇਜ ਤੋਂ, ਤੁਸੀਂ ਵੀ ਸੁਣੀ ਹੋਣੀ ਆ, ਕਿ ਇਹ ਇੱਕਦਮ ਜਾਂ ਰਾਤੋਂ ਰਾਤ ਬਦਲਣ ਵਾਲੀਆਂ ਚੀਜ਼ਾਂ ਨਹੀਂ, ਬਹੁਤ ਪਹਿਲਾਂ ਦਾ ਪ੍ਰਭਾਵ ਪਿਆ ਸੀ, ਹੌਲੀ ਹੌਲੀ ਠੀਕ ਕਰਾਂਗੇ ਸਿਸਟਮ ਨੂੰ। ਦੇਖੋ ਪਿਛਲੇ 8-9 ਮਹੀਨੇ ਹੋ ਚੱਲੇ ਇਹਨਾਂ ਨੂੰ, 9 ਮਹੀਨੇ ਕਾਫੀ, ਮਤਲਬ 1/5 ਉਹਦੇ ਟੈਨਿਓਰ ਦੇ ਲਾਗੇ ਆ ਗਏ ਨੇ। ਸੋ ਹੁਣ ਇਹੀ ਗੱਲ ਕਹੀ ਜਾਣਾ ਕਿ ਪਹਿਲਾਂ ਦੱਸ, ਠੀਕ ਹੈ ਗੱਲਾਂ ਪਹਿਲੀਆਂ ਹੁੰਦੀਆਂ ਨੇ, ਅਸੀਂ ਇਹ ਨਹੀਂ ਇਨਕਾਰ ਕਰਦੇ ਕਿ ਡਰੱਗਸ ਦਾ ਮਸਲਾ ਜਾਂ ਜਿਹੜੇ ਕੋਈ ਗੈਂਗ ਵਾਰਸ ਹੈਗੇ, ਗੈਂਗਸਟਰਸ ਨੇ, ਕ੍ਰਾਈਮ ਹੈ, ਲਾਅ ਐਂਡ ਆਰਡਰ ਪਿੱਛੋਂ ਤੁਰਿਆ ਆਉਂਦਾ ਵਾ, ਪਰ ਜਾਂ ਤਾਂ ਹੁੰਦਾ ਨਾ ਕਿ ਇਹਨਾਂ ਨੇ 9 ਮਹੀਨਿਆਂ ਵਿੱਚ ਉਹਦੇ 'ਚ ਇੰਪਰੂਵਮੈਂਟ ਕੀਤੀ ਆ ਕਿ ਹਾਂ ਜੀ ਅੱਗੇ ਕ੍ਰਾਈਮ ਲੈਟਸ ਪ੍ਰਜ਼ਿਊਮ 10 ਮਰਡਰਸ ਹੁੰਦੇ ਸੀ, ਇਹਨਾਂ ਨੇ ਘਟਾ ਕੇ 3 ਕਰ ਦਿੱਤੇ ਨੇ, ਤੇ ਕਤਲੋਗਾਰਤ ਤਾਂ ਹੁਣ ਵੱਧ ਗਈ ਹੋਈ ਹੈ। ਤੇ ਫਿਰ ਇਹਨਾਂ ਦੀ ਦਲੀਲ ਜਿਹੜੀ ਆ ਮੈਂ ਸਮਝਦਾ ਕਿ ਉਹ ਦਰੁਸਤ ਨਹੀਂ ਗੀ। ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਦਾ ਜਿੱਦਾਂ ਗ੍ਰਿਪ ਹੋਣਾ ਚਾਹੀਦਾ, ਬਿਕੋਜ਼ ਹੋਮ ਮਿਨਿਸਟਰ ਵੀ ਉਹੀ ਹੈ, ਇਹਦਾ ਜਿੱਦਾਂ ਇੱਕ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਫੋਰਸ ਤੇ ਗ੍ਰਿਪ ਇੱਕ ਚਾਹੀਦਾ ਚੀਫ ਮਿਨਿਸਟਰ ਦਾ, ਹੋਮ ਮਿਨਿਸਟਰ ਦਾ, ਉਹ ਨਜ਼ਰ ਨਹੀਂ ਆ ਰਿਹਾ। ਔਰ ਮੈਨੂੰ ਲੱਗਦਾ ਇਹਦੇ 'ਚ ਜਿਹੜੀ ਕਨਫਿਊਜ਼ਨ ਹੈਗੀ ਆ ਕਿ ਜਦੋਂ ਸਾਡੇ ਅਫਸਰ ਹਦਾਇਤਾਂ ਲੈਣ ਕੇਜਰੀਵਾਲ ਕੋ ਜਾਣਗੇ, ਰਾਘਵ ਚੱਡੇ ਕੋ ਜਾਣਗੇ, ਤੇ ਉਹਦੇ ਪਾਵਰ ਸੈਂਟਰਸ ਅਲੱਗ-ਅਲੱਗ ਬਣ ਜਾਂਦੇ ਨੇ। ਇਸ ਕਰਕੇ ਵੀ ਕਨਫਿਊਜ਼ਨ ਜਿਹੜੀ ਅਫਸਰਸ਼ਾਹੀ ਦੇ ਵਿੱਚ ਪੁਲਿਸ ਫੋਰਸ ਨਜ਼ਰ ਆ ਰਹੀ ਹੈ। ਪਹਿਲਾਂ ਇਹ ਪ੍ਰਭਾਵ ਦਿੱਲੀ ਵਾਲਾ ਲੀਡਰਸ਼ਿਪ ਦਾ ਜ਼ਿਆਦਾ ਨਜ਼ਰ ਆਉਂਦਾ ਸੀ, ਸੁਰੱਖਿਆ 'ਚ ਵੀ। ਅੱਜ ਕੱਲ੍ਹ ਤੁਹਾਨੂੰ ਲੱਗਦਾ ਨਹੀਂ ਕਿ ਘਟਿਆ ਹੋਇਆ, ਕਿਤੇ ਨਾ ਕਿਤੇ ਆਜ਼ਾਦ ਹੋ ਗਈ ਹੈ ਪੰਜਾਬ ਸਰਕਾਰ ਉਸ ਪਾਸਿਓਂ? ਨਹੀਂ, ਉਹ ਥੋੜ੍ਹੇ ਜਿਹੇ ਉਹਨਾਂ ਨੂੰ ਜਦੋਂ ਕ੍ਰਿਟਿਸਿਜ਼ਮ ਹੋਇਆ ਉਹਨਾਂ ਦਾ, ਉਸ ਵਕਤ ਉਹਨਾਂ ਨੂੰ ਐਂ ਲੱਗਿਆ ਕਿ ਆਪਾਂ ਥੋੜ੍ਹਾ ਜਿਹਾ ਬੈਕਡ੍ਰੌਪ 'ਚ ਰਹੀਏ। ਫੈਸਲੇ ਹਲੇ ਵੀ ਉਹੀ ਲੈ ਰਹੇ ਨੇ। ਤੁਸੀਂ ਦੱਸੋ ਮੈਨੂੰ, ਜਿਹੜਾ ਰਾਘਵ ਚੱਡਾ ਨੂੰ ਚੇਅਰਮੈਨ ਬਣਾਇਆ ਸੀ ਕਿ ਉਸ ਐਡਵਾਈਜ਼ਰੀ ਕਮੇਟੀ ਹਟਾਇਆ ਤਾਂ ਨਹੀਂ ਨਾ ਹੈਗਾ। ਇਸ ਕਰਕੇ ਜਦੋਂ ਨਹੀਂ ਹਟਾਇਆ ਦਾ ਮਤਲਬ ਕਿ ਫੈਸਲੇ ਹਲੇ ਵੀ ਉਹ ਕਰ ਰਹੇ ਨੇ। ਔਰ ਦੂਸਰਾ ਕਿ ਭਗਵੰਤ ਮਾਨ ਨੂੰ ਉਹ ਬਹੁਤ ਆਊਟ ਆਫ ਸਟੇਟ ਰੱਖ ਰਹੇ ਨੇ, ਕਦੀ ਗੁਜਰਾਤ ਲੈ ਜਾਂਦੇ ਨੇ, ਕਦੀ ਹਿਮਾਚਲ ਪ੍ਰਦੇਸ਼ ਲੈ ਜਾਂਦੇ ਨੇ। ਇਹ ਸਾਰੀਆਂ ਗੱਲਾਂ ਦਾ ਪ੍ਰਭਾਵ ਜਿਹੜਾ ਪੰਜਾਬ ਦੇ ਉੱਤੇ ਲਗਾਤਾਰ, ਔਰ ਭਗਵੰਤ ਮਾਨ ਦਾ ਇਹ ਕਹਿਣਾ ਕਿ ਛੋਟੇ ਮੋਟੇ ਵਾਰਦਾਤਾਂ ਤਾਂ ਹੁੰਦੀਆਂ ਰਹਿੰਦੇ, ਇਹ ਬੜਾ ਇੱਕ ਅਫਸੋਸਨਾਕ ਸਟੇਟਮੈਂਟ ਸੀਗੀ। ਹੀ ਸ਼ੁੱਡ ਬੀ, ਉਲਟਾ ਇਹਨੂੰ ਇਹ ਕਹਿਣਾ ਚਾਹੀਦਾ ਕਿ ਮੈਂ ਬਿਲਕੁਲ ਇੱਕ ਇਨਸੀਡੈਂਟ ਨੂੰ ਇਨਵੈਸਟੀਗੇਟ ਕਰਾਊਂਗਾ ਔਰ ਬਿਲਕੁਲ ਬਣਦੀ ਸਜ਼ਾ, ਢੁਕਵੀਂ ਸਜ਼ਾ ਸਾਰਿਆਂ ਨੂੰ। ਜਦੋਂ ਤੁਸੀਂ ਕਹਿੰਦੇ ਕਿ ਸਾਡਾ ਲਾਅ ਆਰਡਰ, ਜਾਂ ਅਮਿਤ ਸ਼ਾਹ ਨੇ ਕਹਿ ਦਿੱਤਾ ਜੀ ਕਿ ਪੰਜਾਬ ਦਾ ਲਾਅ ਆਰਡਰ ਬਹੁਤ ਕਮਜ਼ੋਰ ਹੈ, ਇਹ ਕਹਿੰਦੇ ਨਹੀਂ ਜੀ ਯੂਪੀ ਬਿਹਾਰ ਨਾਲੋਂ ਚੰਗਾ। ਵੀ ਆਰ ਨਾਟ ਟੂ ਕੰਪੇਅਰ ਵਿਦ ਬਿਹਾਰ ਐਂਡ ਯੂਪੀ, ਉਹ ਤਾਂ ਬਿਲਕੁਲ ਰੋਟਨ ਸਟੇਟਸ ਨੇ। ਹੁਣ ਪੰਜਾਬ ਜਿਹੜਾ ਵਾ ਉਹ ਐਡੀ ਇੱਕ ਅਹਿਮ ਪ੍ਰੀਮੀਅਰ ਸਟੇਟ ਹੈ ਇੰਡੀਆ ਦੇ। ਜੇ ਅਸੀਂ ਆਪਣਾ ਕੰਪੈਰੀਜ਼ਨ ਥੱਲੜਿਆਂ ਨਾਲ ਕਰਨ ਲੱਗ ਜਾਂਗੇ ਤੇ ਫਿਰ ਇਹਦਾ ਮਤਲਬ ਅਸੀਂ ਆਪਣੀ ਹਾਰ ਤਾਂ ਆਪ ਹੀ ਕਬੂਲ ਰਹੇ। ਜੀ, ਇੱਕ ਸਵਾਲ ਬੜਾ ਅਹਿਮ ਹੈ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਗੱਲ ਤੁਰੀ ਸੀ ਕਿ ਅਸੀਂ ਰੰਗਲਾ ਪੰਜਾਬ ਦਾ ਕਨਸੈਪਟ ਲੈ ਕੇ ਆਏ ਹਾਂ। ਪੰਜਾਬ ਜਿੱਥੇ ਜਿੱਥੇ ਮਾਰ ਚੱਲ ਰਿਹਾ, ਚਾਹੇ ਕਿਸਾਨੀ ਵਰਗ ਹੋਵੇ, ਬੇਰੁਜ਼ਗਾਰ ਨੇ, ਸਾਰਿਆਂ ਨੂੰ ਅਸੀਂ ਖੁਸ਼ਹਾਲ ਕਰਨਾ ਸਾਡਾ ਮਕਸਦ ਆ। ਉਸ ਦੇ ਲਈ ਕਹਿੰਦੇ ਵੀ ਅਸੀਂ ਖਜ਼ਾਨਾ ਭਰਨਾ ਹੈ, ਪਾਈ ਜੋੜਨੀ ਹੈ, ਚਾਹੇ ਮਾਈਨਿੰਗ ਮਾਫੀਆ ਚੱਲਦਾ ਹੋਵੇ, ਚਾਹੇ ਸ਼ਰਾਬ ਮਾਫੀਆ, ਸਾਰੇ ਕਾਸੇ ਤੋਂ ਇਕੱਠਾ ਕਰਕੇ ਪੰਜਾਬ ਦਾ ਖਜ਼ਾਨਾ ਭਰਨਾ ਹੈ। ਪੰਜਾਬ ਦੇ ਖਜ਼ਾਨੇ ਨੂੰ ਭਰਨ ਦੇ ਲਈ ਜਿਹੜੀ ਕੋਸ਼ਿਸ਼ ਪੰਜਾਬ ਸਰਕਾਰ ਦੀ ਹੈ ਜਾਂ ਹਰਪਾਲ ਸਿੰਘ ਚੀਮਾ ਦੀਆਂ ਦਲੀਲਾਂ ਨੇ, ਉਹ ਤੁਹਾਨੂੰ ਠੀਕ ਲੱਗਦੀਆਂ ਨੇ? ਦੇਖੋ, ਮੈਂ ਓਪੋਜੀਸ਼ਨ ਕਰਕੇ
ਨਹੀਂ ਵਿਰੋਧ ਕਰ ਰਿਹਾ, ਪਰ ਆਪਾਂ ਦਲੀਲ ਨਾਲ ਗੱਲ ਕਰੀਏ ਕਿ ਰੰਗਲਾ ਕਿੱਥੇ ਬਣਿਆ ਵਾ। ਮੈਨੂੰ ਯਾਦ ਹੈ ਭਗਵੰਤ ਸਿੰਘ ਮਾਨ ਦੇ ਸਭ ਤੋਂ ਇੰਪੋਰਟੈਂਟ ਟੋਟਕਾ ਹੁੰਦਾ ਸੀਗਾ ਕਿ ਪੰਜਾਬ ਦੇ ਵਿੱਚ ਚੁੱਲ੍ਹਿਆਂ ਦੀ ਅੱਗ ਬੁਝ ਰਹੀ ਆ ਤੇ ਚੁੱਲ੍ਹਿਆਂ ਦੀ ਅੱਗ ਆਪਾਂ ਬਾਲਣੀ ਆ। ਇਹ ਖੁਸ਼ਹਾਲੀ ਪੰਜਾਬ 'ਚ ਰੰਗਲਾ ਪੰਜਾਬ ਬਣਾਉਣਾ। ਪਰ ਜੇ ਆਪਾਂ ਹੁਣ ਚਲੋ ਫਾਈਨੈਂਸ਼ੀਅਲ ਪੋਜੀਸ਼ਨ ਦੀ ਗੱਲ ਕਰ ਲਈਏ, ਪੰਜਾਬ ਪਹਿਲਾਂ ਹੀ ਬਹੁਤ ਕਰਜ਼ਈ ਸਟੇਟ ਸੀਗਾ। ਇਹਨਾਂ ਨੇ ਪਿਛਲੇ 9 ਮਹੀਨਿਆਂ ਦੇ ਵਿੱਚ ਆਲਮੋਸਟ 40,000 ਕਰੋੜ ਰੁਪਏ ਦਾ ਕਰਜ਼ਾ ਚੱਕਿਆ ਵਾ। 24,000 25,000 ਕਰੋੜ ਰੁਪਇਆ ਪਹਿਲਾਂ ਚੱਕਿਆ ਔਰ ਹੁਣ 3 ਮਹੀਨਿਆਂ ਵਾਸਤੇ 14,000 ਕਰੋੜ ਰੁਪਇਆ ਹੋਰ ਚੱਕਿਆ ਗਿਆ। ਇਹਦਾ ਔਰ ਜਿਹੜੇ ਆਰਥਿਕ ਮਾਹਰ ਹੈ ਉਹ ਕਹਿ ਰਹੇ ਨੇ ਕਿ ਅਗਲੇ ਸਾਲ ਦੇ ਜਿਹੜੇ ਵਿੱਤੀ ਸਾਲ 31 ਮਾਰਚ 2023 'ਚ ਸਾਡਾ ਕਰਜ਼ਾ 3,05,000 ਕਰੋੜ ਰੁਪਇਆ ਹੋਵੇਗਾ। ਔਰ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੀ ਵੀ ਸਰਕਾਰ ਕਰਜ਼ਾ ਚੱਕਦੀ ਆ ਉਹਦਾ 80% ਜਿਹੜਾ ਕਰਜ਼ੇ ਦਾ ਹਿੱਸਾ ਵਾ ਉਹ ਡੈਟ ਸਰਵਿਸਿੰਗ ਵਿੱਚ ਹੀ ਜਾ ਰਿਹਾ ਵਾ। ਪੁਰਾਣੇ ਕਰਜ਼ੇ ਨੂੰ ਲਾਉਣ ਵਿੱਚ, ਉਹਦਾ ਵਿਆਜ ਦੇਣ ਵਿੱਚ ਹੀ ਲੱਗ ਰਿਹਾ। ਕਿਸੇ ਕੈਪੀਟਲ ਇਨਵੈਸਟਮੈਂਟ, ਇਨਫਰਾਸਟਰਕਚਰਲ ਬਿਲਡਿੰਗ, ਕਿਸੇ 'ਚ ਕੋਈ ਪੈਸਾ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ। ਔਰ ਪਿੰਡਾਂ 'ਚ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਰਿਹਾ ਕਿ ਪਿਛਲੇ 8-9 ਮਹੀਨਿਆਂ 'ਚ ਇੱਕ ਨਵਾਂ ਪੈਸਾ ਗ੍ਰਾਂਟ ਨਹੀਂ ਗਈ ਡਿਵੈਲਪਮੈਂਟ ਦੀ। ਮਤਲਬ 5ਵਾਂ ਹਿੱਸਾ ਦਾ ਸਰਕਾਰ ਦਾ ਖਤਮ ਹੋਣ ਤੇ ਆ ਰਿਹਾ ਵਾ। ਇੱਕ ਨਵਾਂ ਪੈਸਾ, ਮੈਂ ਕਹਿ ਰਿਹਾ, ਰੀਇਟਰੇਟ ਕਰ ਰਿਹਾ ਵਾਂ, ਕੋਈ ਪੈਸਾ ਡਿਵੈਲਪਮੈਂਟ ਪਰਪਸ ਲਈ ਨਹੀਂ ਗਿਆ। ਹਾਂ, ਸਰਕਾਰ ਨੇ ਪੈਸਾ ਬਹੁਤ ਉਡਾਇਆ ਇਸ਼ਤਿਹਾਰਬਾਜ਼ੀ ਤੇ। ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਦੀਆਂ ਅਖਬਾਰਾਂ, ਟੈਲੀਵਿਜ਼ਨ, ਨੈਸ਼ਨਲ ਟੈਲੀਵਿਜ਼ਨ। ਔਰ ਜਿਹੜਾ ਰੰਗਲਾ ਪੰਜਾਬ ਆ, ਜੇ ਆਪਾਂ ਇਹਨਾਂ ਦੇ ਪੈਮਾਨੇ ਤੋਂ ਗੱਲ ਕਰ ਲਈਏ, ਡਰੱਗਸ ਦੀ ਬੜੀ ਹਾਹਾਕਾਰ, ਬਹੁਤ ਬੱਚੇ ਮਾਰੇ ਨੇ, ਵੀਡੀਓਜ਼ ਦੇ ਉੱਤੇ ਆ ਕੇ ਮਰੇ ਨੇ। ਤੁਸੀਂ ਦੇਖ ਰਹੇ ਹੋ ਸਾਡੀਆਂ ਬੱਚੀਆਂ, ਲੜਕੀਆਂ, ਉਹਦਾ ਪੈਰਾਂ ਤੇ ਖੜ ਨਹੀਂ ਹੋ ਰਿਹਾ। ਡਰੱਗਸ 'ਚ ਵੀ ਫੇਲੀਅਰ ਇਹਨਾਂ ਦਾ। ਜੇ ਆਪਾਂ ਹੋਰ ਤੁਸੀਂ ਰੁਜ਼ਗਾਰ ਦੀ ਗੱਲ ਕਰਦੇ ਹੋ, ਦੇਖੋ ਰੁਜ਼ਗਾਰ ਨਾਇਬ ਤਹਿਸੀਲਦਾਰਾਂ ਦੀ ਭਰਤੀ ਹੋਈ, ਤੁਸੀਂ ਦੇਖ ਲਿਆ ਕਿ ਉਹਦੇ 'ਚ ਕਿੰਨਾ ਵੱਡਾ ਸਕੈਂਡਲ ਆਇਆ ਵਾ। ਜਿਹੜੇ ਉਮੀਦਵਾਰ ਉਹ ਨਾਇਬ ਤਹਿਸੀਲਦਾਰ ਦੇ ਇਮਤਿਹਾਨ ਤੋਂ ਥੋੜ੍ਹਾ ਸਮਾਂ ਪਹਿਲਾਂ ਪਟਵਾਰੀਆਂ 'ਚ ਫੇਲ ਹੋ ਗਏ, 8 ਬੰਦੇ ਉਹਦੇ 'ਚ ਟੌਪਰ ਆ ਗਏ ਜਿਹੜੇ ਪਟਵਾਰੀ ਨਹੀਂ ਬਣ ਸਕੇ। ਔਰ ਜਦੋਂ ਅਸੀਂ ਮਸਲਾ ਉਠਾਇਆ, ਪਬਲਿਕ ਡੋਮੇਨ 'ਚ ਲੈ ਕੇ ਮੀਡੀਆ 'ਚ ਉਠਾਇਆ, ਇਹਨਾਂ ਨੂੰ ਵਿਜੀਲੈਂਸ ਇਨਕੁਆਇਰੀ ਕਰਨੀ ਪਈ। ਹੁਣ ਪਤਾ ਲੱਗਿਆ ਵਾ ਕਿ 22 ਲੱਖ ਰੁਪਏ ਨੂੰ ਨੌਕਰੀ ਬੇਕਰੀ ਸੀਗੀ। ਤੇ ਜਿਹੜੀ ਸਰਕਾਰ ਗੁਜਰਾਤ ਵਿੱਚ ਸ਼ੋਰ ਮਚਾਉਂਦੀ ਜਾ ਕੇ ਜੀ, ਕੈਸ਼ ਫॉर ਜੌਬਸ, ਯਾਨੀ ਕਿ ਪੇਪਰ ਲੀਕ ਹੋ ਗਏ ਨੇ ਜੀ, ਅਸੀਂ ਹਮਨੇ ਪੰਜਾਬ ਮੇਂ ਇਹ ਕਰ ਦਿਆ, ਝੂਠ ਬੋਲਦੇ ਨੇ ਉੱਥੇ ਜਾ ਕੇ ਸਾਡੇ ਪੰਜਾਬ ਦੇ। ਔਰ ਮੇਰਾ ਮੰਨਣਾ ਵਾ ਕਿ ਜਿਹੜੀਆਂ ਨੌਕਰੀਆਂ ਪਿਛਲੇ, ਚਲੋ ਵਿੱਚ ਹੀ ਕਾਂਗਰਸੀ ਸਰਕਾਰ ਦੀ, ਕਾਂਗਰਸ ਦੀ ਵੀ ਇੱਕ 1158 ਵਾਲੀ ਭਰਤੀ ਬੜੀ ਚਰਚਾ ਦਾ ਵਿਸ਼ਾ ਰਹੀ ਹੈ, ਸਿਰੇ ਹੀ ਨਹੀਂ ਲੱਗ ਸਕੀ। ਮੈਂ ਮੰਗ ਰਿਹਾ ਵਾਂ ਇਹ ਕਿ ਜਿੰਨੀਆਂ ਭਰਤੀਆਂ ਪਿਛਲੇ ਸਾਲ 1.5 ਸਾਲ 'ਚ ਹੋਈਆਂ, ਸਾਰੀਆਂ ਤਹਿਕੀਕਾਤ ਕਰੋ, ਕਿਉਂਕਿ ਸਾਰੇ ਅਨਡਿਜ਼ਰਵਿੰਗ ਜਿਹੜੇ ਲੋਕਾਂ ਨੇ, ਜਿਹੜੇ ਨਕਲ ਮਾਰ ਕੇ ਅਫਸਰ ਬਣਨਗੇ, ਉਹ ਸਾਨੂੰ ਇਨਸਾਫ ਕੀ ਦੇਣਗੇ। ਦੂਸਰਾ ਮਸਲਾ ਭਰਤੀਆਂ 'ਚ ਆ ਰਿਹਾ ਵਾ ਕਿ ਸਾਰੇ ਨੌਨ ਪੰਜਾਬੀਆਂ ਨੂੰ ਜੌਬਸ ਜਾ ਰਹੀਆਂ ਨੇ। ਆ PSTCL ਵਿੱਚ ਅਸਿਸਟੈਂਟ SSA ਰੱਖਣੇ ਸੀ ਇਹਨਾਂ ਨੇ, ਸਾਰੇ ਜਿੰਨੇ ਰੱਖੇ, ਸ਼ਾਇਦ 15 ਪੋਸਟਾਂ ਸੀਗੀਆਂ, ਸਾਰੇ ਦੇ ਸਾਰੇ ਰਾਜਸਥਾਨ ਗੰਗਾਨਗਰ ਦੇ ਸੀਗੇ। ਕਿਉਂਕਿ ਸਾਡੇ ਪੰਜਾਬ 'ਚ ਹਲੇ ਡੋਮਿਸਾਈਲ ਦੀ ਸ਼ਰਤ ਨਹੀਂ ਲਾ ਰਹੇ। ਜਦੋਂ ਇਸ਼ਤਿਹਾਰ ਦਿੰਦੇ ਨੇ ਨਾ, ਦੇ ਹੈਵ ਟੂ ਕੈਟੇਗੋਰਿਕਲੀ ਸੇ ਕਿ ਬੰਦਾ ਜਿਹੜਾ ਓਨਲੀ ਕੈਨ ਅਪਲਾਈ ਜਿਹੜੇ ਪੰਜਾਬ ਦੇ ਡੋਮਿਸਾਈਲ ਆ। ਬਾਕੀ ਸਾਰੀਆਂ ਸਟੇਟਾਂ ਕਰ ਰਹੀਆਂ ਨੇ, ਤਾਂ ਸਾਡੇ ਜੌਬਸ ਜਿਹੜੇ ਨੇ ਉਹ ਦੂਜੀਆਂ ਸਟੇਟਾਂ ਦੇ ਨੌਜਵਾਨ ਲੈ ਰਹੇ ਨੇ। ਔਰ ਸਾਡਾ ਨੌਜਵਾਨ ਉਸੇ ਸਪੀਡ ਨਾਲ, ਬਲਕਿ ਮੈਂ ਕਹਿੰਦਾ ਰਫ਼ਤਾਰ ਵੱਧ ਗਈ ਹੋਣੀ ਆ, ਵਿਦੇਸ਼ਾਂ ਜਾ ਰਹੇ। ਮੈਂ ਚੰਦ ਦਿਨ ਪਹਿਲਾਂ ਇੱਕ ਇਮੀਗ੍ਰੇਸ਼ਨ ਆਫਿਸ ਵਿੱਚ ਬੈਠਾ ਸੀਗਾ, ਉਹਨਾਂ ਨੇ, ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ, ਕਹਿੰਦੇ ਜੀ ਇਕੱਲੇ ਪੰਜਾਬ 'ਚੋਂ, ਇਕੱਲਾ ਕੈਨੇਡਾ 2.5 ਲੱਖ ਨੌਜਵਾਨ ਜਾ ਰਿਹਾ ਹਰ ਸਾਲ 'ਚ। ਹੁਣ ਤੁਸੀਂ ਅੰਦਾਜ਼ਾ ਲਾ ਲਓ, ਜੇ 2.5 ਲੱਖ ਬੱਚਾ ਸਾਡਾ ਜਾਵੇਗਾ ਕੈਨੇਡਾ ਇਕੱਲੇ 'ਚ, ਬਾਕੀ ਵਰਲਡ ਛੱਡ ਦਿਓ, ਹਰ ਬੱਚਾ ਨਾਲ 20 ਤੋਂ 25 ਲੱਖ ਰੁਪਇਆ ਨਾਲ ਲੈ ਕੇ ਜਾ ਰਿਹਾ। ਸਾਡੀ ਇਕੋਨਮੀ ਰੋਡ ਹੋ ਗਈ। ਤੁਸੀਂ ਪਿੰਡਾਂ ਜਾ ਕੇ ਦੇਖੋ, ਆਰਥਿਕਤਾ ਹੀ ਹੈ ਨਹੀਂ ਗੀ ਕੋਈ ਵੀ। ਜਿਹੜੀਆਂ ਜ਼ਮੀਨਾਂ ਸਾਡੀਆਂ 40-50 ਲੱਖ ਰੁਪਏ ਨੂੰ ਕਿੱਲਾ 10-12 ਸਾਲ ਪਹਿਲਾਂ ਸੀਗੀਆਂ, ਉਹਨਾਂ ਦਾ 20 ਲੱਖ ਦਾ ਕੋਈ ਗਾਹਕ ਨਹੀਂਗਾ। ਸੋ ਇਹ ਸਾਰੇ ਇਸ਼ੂਜ਼ ਬੜੇ ਚੈਲੰਜਿੰਗ ਨੇ ਜੀ। ਸਿਆਸੀ ਪਾਰਟੀਆਂ ਦੇ ਏਜੰਡੇ ਦੇ ਉੱਤੇ ਘਰ ਘਰ ਨੌਕਰੀ ਦਾ ਸਵਾਲ ਹੋਵੇ, ਸਾਰਿਆਂ ਨੂੰ ਰੁਜ਼ਗਾਰ ਦੇਣ ਦੀ ਗੱਲ ਹੋਵੇ, ਠੱਗੇ ਜਾਂਦੇ ਆ ਬੇਰੁਜ਼ਗਾਰ ਹਰ ਵਾਰੀ, ਚਾਹੇ ਕਾਂਗਰਸ ਦੀ ਸਰਕਾਰ ਰਹੀ ਹੈ, ਚਾਹੇ ਹੁਣ ਸਰਕਾਰ ਚੱਲ। ਦੇਖੋ ਅਫਸੋਸ ਆ ਕਿ ਸਾਰੀਆਂ ਪਾਰਟੀਆਂ ਨੇ, ਮਤਲਬ ਉਹਦੇ ਵਿੱਚ ਆਈ ਵਿਲ ਨਾਟ ਸਪੇਅਰ ਐਨੀ ਪਾਰਟੀ, ਸਾਰੀਆਂ ਨੇ ਜਦੋਂ ਮੈਨੀਫੈਸਟੋ ਅਨਾਊਂਸ ਕਰਦੇ ਨੇ, ਉਹ ਵਧਾ ਚੜਾ ਕੇ ਗੱਲ ਕਰਦੇ ਨੇ, ਉਹ ਝੂਠ ਹੁੰਦਾ ਵਾ, ਉਹ ਇੰਪਲੀਮੈਂਟ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਵਿੱਚ ਅੱਜ ਦੀ ਡੇਟ ਵਿੱਚ ਮੇਰੇ ਹਿਸਾਬ ਦੇ ਨਾਲ ਘੱਟੋ ਘੱਟ ਲੱਖ ਤੋਂ ਲੈ ਕੇ 1.25 ਲੱਖ ਸਰਕਾਰੀ ਨੌਕਰੀ ਖਾਲੀ ਪਈ ਆ। ਤੁਸੀਂ ਦੇਖੋ, ਪਟਵਾਰੀਆਂ ਦੀ ਘਾਟ ਆ, ਵੈਟਨਰੀ ਆਫਿਸਰਸ ਦੀ ਘਾਟ ਆ, ਈਵਨ ਤਹਿਸੀਲਦਾਰਸ ਦੀ ਘਾਟ ਆ, ਕਲਾਸ SDMs ਦੀ ਘਾਟ ਆ, ਡਾਊਨ ਦ ਲਾਈਨ ਕਲਾਸ 4 ਵਗੈਰਾ ਦਾ ਬੇਤਹਾਸ਼ਾ ਘਾਟ ਆ। ਹੁਣ ਸਰਕਾਰਾਂ ਇਹਨਾਂ ਨੂੰ ਭਰਤੀ ਇਸ ਲਈ ਕਰ ਸਕ ਰਹੀਆਂ ਕਿਉਂਕਿ ਸਾਡੇ ਕੋਲ ਪੈਸਾ ਹੀ ਹੈ ਨਹੀਂਗਾ। ਅਸੀਂ ਇੰਨਾ ਕਰਜ਼ਾ ਚੜਾਤਾ ਮੁਫਤਖੋਰੀ ਦੀ ਪੋਲੀਟਿਕਸ ਵਿੱਚ, ਆ ਵੀ ਮੁਫਤ, ਆ ਵੀ ਮੁਫਤ, ਉਹਦਾ ਇੰਪੈਕਟ ਪਰ ਮੇਰਾ ਖਿਆਲ ਹੈ ਕਿ ਅਗਲਾ ਜਿਹੜੀ ਇਲੈਕਸ਼ਨ ਹੋਵੇ, ਚੋਣ ਕਮਿਸ਼ਨ ਨੂੰ ਥੋੜ੍ਹਾ ਬਹੁਤਾ ਕਾਨੂੰਨ ਲਿਆਉਣਾ ਚਾਹੀਦਾ ਕਿ ਇਹ ਨਹੀਂ ਕਿ ਜੋ ਮਰਜ਼ੀ ਕਹਿ ਦਿੱਤਾ, ਮਤਲਬ ਜੋ ਮਰਜ਼ੀ ਅਸੀਂ ਉਹਦੇ 'ਤੇ ਬੋਲਤਾ। ਹੁਣ ਜਦੋਂ ਇਹਨਾਂ ਨੂੰ ਮੁਸ਼ਕਿਲ ਆ ਰਹੀ ਹੈ, ਇਹਨਾਂ ਨੇ 1000 ਰੁਪਇਆ ਔਰਤਾਂ ਨੂੰ ਕਿਹਾ ਸੀਗਾ, ਨਹੀਂ ਦੇ ਪਾ ਰਹੇ ਨੇ ਨਾ। ਸੋ ਇਹਦੇ ਨਾਲੋਂ ਬੈਟਰ ਆ, ਮੈਂ ਸਮਝਦਾ ਕਿ ਅਗਲੀ ਇਲੈਕਸ਼ਨ ਵਿੱਚ ਸਾਰੀਆਂ ਪਾਰਟੀਆਂ ਨੂੰ ਗੁਰੇਜ਼ ਕਰਨਾ ਚਾਹੀਦਾ। ਸਗੋਂ ਇਹ ਦੱਸਣ ਲੋਕਾਂ ਨੂੰ ਕਿ ਸਾਡੀ ਪੋਜੀਸ਼ਨ
ਆਰਥਿਕ ਇਹ ਆ ਕਿ ਅਸੀਂ ਕੋਈ ਮੁਫਤਖੋਰੀ ਦੀ ਚੀਜ਼ ਨਹੀਂ ਦੇ। ਹਾਂ, ਜਿਹੜੀਆਂ ਸਮਾਜਿਕ ਜਿਹੜੀਆਂ ਸੋਸ਼ਲ ਵੈਲਫੇਅਰ ਸਕੀਮਸ ਆ, ਜਿੱਦਾਂ ਬੁਢਾਪਾ ਪੈਨਸ਼ਨ ਆ, ਵਿਧਵਾ ਪੈਨਸ਼ਨ ਆ, ਹੈਂਡੀਕੈਪਡ ਲੋਕ ਨੇ, ਇੱਥੇ ਤੱਕ ਮਹਿਦੂਦ ਰੱਖੋ। ਤੁਸੀਂ ਤਾਂ ਸਾਰੇ ਸਮਾਜ ਨੂੰ ਹੀ ਮੁਫਤਖੋਰੀ ਦੇ ਉੱਤੇ ਲਾ ਦਿੱਤਾ, ਔਰ ਉਹਦਾ ਇੰਪੈਕਟ ਤੁਸੀਂ ਸਵਾਲ ਚੁੱਕ ਰਹੇ ਹੋ ਉਹ ਤਾਂ ਪ੍ਰਾਪਤੀਆਂ 'ਚ ਗਣਾਉਂਦੇ ਆ। ਕਹਿੰਦੇ ਬਿਜਲੀ ਮੁਫਤ ਵਾਲੀ ਗੱਲ ਨੂੰ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਉਹਨੇ ਬਹੁਤ ਬੋਝ ਪਾਇਆ ਹੋਰ ਪੀਐਸਪੀਸੀਐਲ ਦੇ ਬਜਟ ਦੇ ਉੱਤੇ ਜਾਂ ਉਸ ਦੇ ਉੱਤੇ ਪ੍ਰਭਾਵ ਪਾਤਾ, ਉਹ ਪ੍ਰਾਪਤੀਆਂ ਵਿੱਚੋਂ ਸਭ ਤੋਂ ਪਹਿਲਾਂ ਗਣਾਉਂਦੇ ਹੀ ਇਹ ਹੈ। ਕਹਿੰਦੇ ਬਾਕੀ ਕਹਿੰਦੇ ਰਹੇ ਤੇ ਅਸੀਂ ਕਰਕੇ ਦਿਖਾਇਆ। ਐਵੇਂ ਫਿਰ ਕੰਪੀਟੀਟਿਵ ਪੋਲਿਟਿਕਸ ਆ। ਉਹਨੇ ਬਰਬਾਦ ਕਿਹਨੂੰ ਕੀਤਾ ਵਾ? ਸਾਰੀ ਜਿਹੜੀ ਮੁਫਤਖੋਰੀ ਦੀ ਪੋਲਿਟਿਕਸ ਗਾਂ ਤੋਂ ਗਾਂ ਵਧਾ ਕੇ ਉਹਨੇ ਬਰਬਾਦ ਤਾਂ ਸਾਡੀ ਸਟੇਟ ਕੀਤੀ ਹੈ। ਉਹਦਾ ਖਮਿਆਜ਼ਾ ਕੌਣ ਭੁਗਤ ਰਹੇ ਨੇ? ਭਗਵੰਤ ਮਾਨ ਜਾਂ ਕੈਪਟਨ ਅਮਰਿੰਦਰ ਸਿੰਘ ਜਾਂ ਪ੍ਰਕਾਸ਼ ਸਿੰਘ ਬਾਦਲ ਥੋੜ੍ਹਾ ਭੁਗਤ ਰਹੇ ਨੇ, ਉਹ ਤਾਂ ਸੈੱਟ ਨੇ। ਭੁਗਤ ਤਾਂ ਸਾਡੇ ਬੱਚੇ ਰਹੇ ਨੇ। ਵਿਦੇਸ਼ਾਂ 'ਚ ਕਿਉਂ ਜਾ ਰਹੇ ਨੇ? ਅਗਰ ਸਾਡੀ ਸਟੇਟ ਦੀ ਫਾਈਨੈਂਸ਼ੀਅਲ ਪੋਜੀਸ਼ਨ ਠੀਕ ਹੋਵੇ, ਅਸੀਂ ਜੌਬਸ ਦੇਣ ਜੋਗੇ ਹੋਈਏ, ਅਸੀਂ ਪਰਾਲੀ ਸਾੜਨ ਦਾ ਜਿਹੜਾ 2,500 ਰੁਪਇਆ ਏਕੜ ਦਾ ਆਉਂਦਾ ਅਸੀਂ ਉਹਨਾਂ ਨੂੰ ਦੇਣ ਜੋਗੇ ਹੋਈਏ, ਅਸੀਂ ਜਿਹੜੀਆਂ ਪਿੰਡਾਂ 'ਚ ਗ੍ਰਾਂਟਸ ਤੇ ਨਗਰ ਪੰਚਾਇਤਾਂ 'ਚ ਪੈਸੇ ਦੇਣ ਜੋਗੇ, ਤੇ ਆਪੇ ਲੋਕੀ ਸੰਤੁਸ਼ਟ ਹੋਣਗੇ। ਸੋ ਮੇਰੇ ਹਿਸਾਬ ਦੇ ਨਾਲ ਫ੍ਰੀ ਬੀਜ਼ ਇਜ਼ ਨਾਟ ਦੀ ਆਨਸਰ ਟੂ ਪੰਜਾਬ ਐਟ ਆਲ। ਹਾਂ, ਇਹਦੀ ਆਰਥਿਕਤਾ ਸੁਧਾਰਨ ਵਾਸਤੇ ਵੀ ਬਹੁਤ ਵੱਡੇ ਉਪਰਾਲੇ, ਬਹੁਤ ਸਖਤ ਉਪਰਾਲੇ, ਲੋਕਾਂ ਨੂੰ ਦੱਸ ਕੇ ਸੱਚ ਬੋਲ ਕੇ ਤਾਂ ਕਿਤੇ ਪੰਜਾਬ ਦੇ ਵਿੱਚ ਸੁਧਾਰ। ਔਰ ਦੀ ਓਨਲੀ ਅਦਰ ਆਪਸ਼ਨ ਜਿਹੜੀ ਪੰਜਾਬ ਦੇ ਕੋਲ ਟੂ ਇੰਪਰੂਵ ਇਟਸ ਇਕੋਨਮੀ, ਉਹ ਜਿਹੜੀ ਕਿ ਹੋਣੀ ਬੜੀ ਮੁਸ਼ਕਿਲ ਨਜ਼ਰ ਆ ਰਹੀ ਹੈ ਕਿ ਉਹ ਪਾਕਿਸਤਾਨ ਨਾਲ ਸਾਡਾ ਵਪਾਰ ਦਾ ਬਾਰਡਰ ਖੁੱਲੇ। ਉਸ ਤੋਂ ਇਲਾਵਾ ਕੋਈ ਹੱਲ ਹੀ ਨਹੀਂ ਗਾ। ਔਰ ਜਦੋਂ ਪਾਕਿਸਤਾਨ ਦੇ ਨਾਲ ਪੁਰਾਣਾ ਜਿਹੜਾ ਸਿਲਕ ਰੂਟ ਕਹਿੰਦੇ ਸੀਗੇ, ਰਾਈਟ ਅਪ ਟਿਲ ਰਸ਼ੀਆ, ਮਤਲਬ ਈਰਾਨ, ਮੰਗੋਲੀਆ, ਔਰ ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਅਫਗਾਨਿਸਤਾਨ, ਇਹ ਸਾਰਾ ਜਿਹੜਾ ਇੱਕ ਬਹੁਤ ਵੱਡੀ ਮਾਰਕੀਟ ਹੈ। ਇਹ ਸਾਰਾ ਆਪਣਾ ਖਾਣ ਪੀਣ ਦਾ ਸਮਾਨ ਜਾਂ ਅਫਰੀਕਾ ਤੋਂ ਮੰਗਵਾਉਂਦੇ ਨੇ ਜਾਂ ਇਹ ਲੈਟਿਨ ਅਮਰੀਕਾ, ਸਾਊਥ ਅਮਰੀਕਾ, ਜਿੱਦਾਂ ਬ੍ਰਾਜ਼ੀਲ, ਅਰਜਨਟੀਨਾ ਤੋਂ। ਉਹਨੂੰ ਪੰਜਾਬ ਦਾ ਮਤਲਬ ਅਸੀਂ ਪੰਜਾਬ ਇਸ ਲੈਂਡ ਰੂਟ 'ਚੋਂ ਸੈਂਕੜੇ ਕਿਲੋਮੀਟਰ ਦੇ ਡਿਸਟੈਂਸ 'ਤੇ ਹੀ ਆ, ਬਾਈ ਰੋਡ ਹੀ ਅਸੀਂ ਸਾਰਾ ਸਪਲਾਈ ਕਰ ਸਕਦੇ। ਸੋ ਪੰਜਾਬ ਦੀ ਜਿਹੜੀ ਪੋਲੀਟੀਕਲ ਜਮਾਤ ਆ, ਇਹਨਾਂ ਨੇ ਇਮਾਨਦਾਰੀ ਨਾਲ ਉਪਰਾਲੇ ਨਹੀਂ ਕੀਤੇ। ਅਗਰ ਸਾਡੀ ਸਟੇਟ ਜਾ ਕੇ ਸੈਂਟਰ ਨੂੰ ਕਨਵਿੰਸ ਕਰੇ ਕਿ ਠੀਕ ਹੈ ਤੁਹਾਡਾ ਕਸ਼ਮੀਰ ਦਾ ਇਸ਼ੂ ਪਾਕਿਸਤਾਨ ਦੇ ਨਾਲ ਹੈਗਾ, ਯੂ ਕੈਨ ਕੀਪ ਇਟ, ਉਹ ਚੱਲਦਾ ਰਹੂ, ਘੱਟੋ ਘੱਟ ਸਾਡਾ ਵਪਾਰ ਤਾਂ ਖੋਲੋ। ਕਿਸੇ ਨੇ ਵਪਾਰ ਦੇ ਉੱਤੇ ਫੋਕਸ ਨਹੀਂ ਕੀਤਾ। ਔਰ ਪੰਜਾਬ 24 ਜਾਂ 27 ਦੇ ਇਲੈਕਸ਼ਨ 'ਚ ਬੀਜੇਪੀ ਇਸ ਨੂੰ ਏਜੰਡਾ ਬਣਾ ਕੇ ਖੋਲ ਵੀ ਦੇਵੇ, ਉਹ ਤਾਂ ਫਾਇਦਾ ਉਹਨਾਂ ਨੂੰ। ਦੇਖੋ, ਬੀਜੇਪੀ ਪੋਲੀਟੀਕਲ ਲਾਹਾ ਲੈਣ ਵਾਸਤੇ ਸਾਨੂੰ ਕੋਈ ਇਤਰਾਜ਼ ਨਹੀਂ ਕਿ ਉਹ ਪੰਜਾਬ ਨੂੰ ਅਗਰ ਵਪਾਰ ਖੋਲ੍ਹੇਗੀ, ਅਸੀਂ ਉਹਦਾ ਸਵਾਗਤ ਕਰਾਂਗੇ। ਪਰ ਵਪਾਰ ਖੁੱਲ੍ਹਣ ਦੇ ਨਾਲ ਖੇਤੀ ਦੀ ਵੀ ਪੋਜੀਸ਼ਨ ਠੀਕ ਹੋਵੇਗੀ ਔਰ ਇੰਡਸਟਰੀ ਨੂੰ ਬੜਾ ਫਾਇਦਾ ਹੋਵੇਗਾ। ਜੇ ਸਾਡੇ ਵਪਾਰੀ ਸਮਝਦੇ ਨੇ ਨਾ ਕਿ ਪਾਕਿਸਤਾਨ ਨਾਲ ਪਤਾ ਨਹੀਂ ਕੀ ਹੋ ਜਾਏਗਾ, ਉਹਨਾਂ ਨੂੰ ਬਹੁਤ ਫਾਇਦਾ ਹੋਵੇਗਾ। ਕਿਉਂਕਿ ਅਸੀਂ ਹੈਗੇ ਆ ਦੇਸ਼ ਦੇ ਕੋਨੇ 'ਤੇ, ਅਸੀਂ ਲੈਂਡਲੌਕਡ ਸਟੇਟ ਆ, ਸਾਡੇ ਕੋਲ ਕੋਈ ਬੰਦਰਗਾਹ ਨਹੀਂ ਗਈ, ਸਾਡੇ ਕੋਲ ਕੋਈ ਹੋਰ ਸਾਧਨ ਨਹੀਂ ਗਏ। ਸੋ ਪੰਜਾਬ ਸਭ ਤੋਂ ਵੱਡੀ ਚੁਣੌਤੀ ਜੇ ਪੰਜਾਬ ਦੀਆਂ ਸਾਰੀਆਂ ਲੀਡਰ ਪੋਲੀਟੀਕਲ ਪਾਰਟੀਆਂ ਲਈ ਅੱਜ ਇਹੀ ਹੈ ਕਿ ਪੰਜਾਬ ਨੂੰ ਆਪਾਂ ਆਰਥਿਕ ਤੌਰ 'ਤੇ ਪੈਰਾਂ 'ਤੇ ਕਿੱਦਾਂ, ਜਦੋਂ ਆਰਥਿਕ ਤੌਰ 'ਤੇ ਪੈਰਾਂ 'ਤੇ ਆਉਣਗੇ ਉਦੋਂ ਹੀ ਪੰਜਾਬ ਦਾ ਆਉਣ ਵਾਲਾ ਭਵਿੱਖ ਜਿਹੜਾ ਉਹ ਬਿਹਤਰ ਹੋਵੇਗਾ। ਚਾਹੇ ਉਹ ਖਿਡਾਰੀਆਂ ਦੀ ਗੱਲ ਕਰ ਲਓ, ਚਾਹੇ ਤੁਸੀਂ ਵਪਾਰੀਆਂ ਦੀ ਗੱਲ ਕਰ ਲਓ, ਚਾਹੇ ਕਿਸਾਨਾਂ ਦੀ ਗੱਲ ਕਰ ਲਓ, ਉਹ ਸਾਰੀਆਂ ਗੱਲਾਂ ਦਾ ਹੱਲ ਇੱਕੋ ਤੇ ਇੱਕੋ ਫਿਲਹਾਲ ਐਜ਼ ਆਫ ਨਾਊ, ਐਜ਼ ਆਫ ਟੂਡੇ। ਬਿਕੋਜ਼ ਅਗਰ ਆਪਾਂ ਕਹੀਏ ਕਿ ਜੀ ਕੋਈ ਕੇਂਦਰ ਦੀ ਸਰਕਾਰ ਸਾਨੂੰ ਬਜਟ ਕੋਈ ਪੈਕੇਜ ਦੇ ਦੇ, ਕਿੰਨਾ ਪੈਕੇਜ ਦੇ ਦੂ ਮੋਦੀ ਕਿਸੇ ਇੱਕ ਸਟੇਟ ਨੂੰ? 25,000 ਕਰੋੜ ਦੇ ਦੂ, 50,000 ਕਰੋੜ ਦੇ ਦੂਗਾ, ਉਹਨਾਂ ਨਾਲ ਤਾਂ ਕੱਖ ਵੀ ਨਹੀਂ। ਉਹ ਕਰਜ਼ਾ ਫਿਰ ਚੜ ਜਾਣਾ। ਉਹ ਰੈਕਰਿੰਗ ਕਰਜ਼ਾ ਵਾ, ਕਿਉਂਕਿ ਸਾਡੇ ਕੋਲ ਮਾਰਕੀਟ ਹੀ ਹੈ ਨਹੀਂ ਗੀ। ਅਸੀਂ ਸਮਾਨ, ਫਸਲ ਔਰ ਇੰਡਸਟਰੀ ਸਭ ਕੁਝ ਪੈਦਾ ਕਰ ਸਕਦੇ, ਮਾਰਕੀਟ ਹੀ ਹੈ ਨਹੀਂ ਗੀ। ਜਿਹੜਾ ਪੰਜਾਬ ਦਾ ਕਿਸਾਨ ਹੈ, ਹੁਣ ਤੁਸੀਂ ਦੇਖੋ ਮੂੰਗੀ ਦੀ ਇਹਨਾਂ ਨੇ ਗੱਲ ਕੀਤੀ ਸੀ, ਪੈਸਾ ਸਰਕਾਰ ਕੋਲ ਹੈ ਨਹੀਂ ਸੀਗਾ। ਇਹ ਮੂੰਗੀ ਦਾ 7275 ਰੁਪਏ ਇਹਨਾਂ ਨੇ ਕੁਇੰਟਲ ਰੇਟ ਲਾਇਆ ਸੀਗਾ। ਮੇਰੇ ਕੋਲ ਆਰਟੀਆਈ ਇਨਫੋਰਮੇਸ਼ਨ ਪਈ ਆ, ਸਿਰਫ 11% ਮੂੰਗੀ MSP ਤੇ ਖਰੀਦੀ ਭਗਵੰਤ ਸਿੰਘ ਮਾਨ। 89% ਡਿਸਟ੍ਰੈਸ ਸੇਲ ਹੋਈ ਆ। ਜੇ ਰੇਟ 7275 ਆ, 3,500 ਨੂੰ 4,000 ਨੂੰ ਮੂੰਗੀ ਵਿਕੀ ਆ। ਤੇ ਅਗਰ ਇਹੀ ਪਾਕਿਸਤਾਨ ਦਾ ਰੂਟ ਖੁੱਲ੍ਹਾ ਹੋਵੇ, ਉੱਥੇ ਖੰਡ ਦੀ ਕੀਮਤ, ਉੱਥੇ ਫਲ ਫਰੂਟਾਂ ਦੀ ਕੀਮਤ, ਉੱਥੇ ਈਵਨ ਦੁੱਧ ਦੀ ਕੀਮਤ, ਕਿਉਂਕਿ ਇਹ ਐਡਾ ਜਿਹੜਾ ਉੱਪਰਲਾ ਬਲੋਕ ਆ, ਜਿਹੜਾ ਮੈਂ ਸੈਂਟਰਲ ਏਸ਼ੀਆ ਦਾ ਕਹਿ ਰਿਹਾ, ਇੰਨਾ ਕੋਲਡ ਬਲੋਕ ਹੈ, ਇੱਥੇ ਕੁਝ ਨਹੀਂ ਹੋ ਰਿਹਾ। ਸੋ ਸਾਡੀਆਂ ਹਰ ਇੱਕ ਚੀਜ਼ ਦੀ ਮਾਰਕੀਟ ਹੈਗੀ ਆ, ਬਸ਼ਰਤ ਕਦੀ ਕਿਸੇ ਨੇ ਕੋਈ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੋਵੇ ਜਾ ਕੇ। ਇੱਕ ਤੁਸੀਂ ਵੀ ਪਾਰਟੀ ਦੇ ਵਿੱਚ ਵਿਚਰੇ ਹੋ, ਕਿਉਂਕਿ ਸੱਤਾ ਵਿੱਚ ਹੁਣ ਆ ਗਏ ਤੁਸੀਂ, ਬੇਸ਼ੱਕ ਹੁਣ ਵੀ ਆਪੋਜੀਸ਼ਨ 'ਚੋਂ। ਦਿੱਲੀ ਵੀ ਤੁਹਾਡਾ ਗੇੜਾ ਲੱਗਦਾ ਰਿਹਾ ਹੋਵੇਗਾ, ਉਹਨਾਂ ਦੇ ਨਾਲ ਵੀ ਤੁਸੀਂ ਬਖੂਬੀ ਵਿਚਰਦੇ ਰਹੇ ਹੋਵੋਗੇ। ਜੇਲ੍ਹ ਮੰਤਰੀ ਐਸੇ ਹੋਏ ਆ ਜਦੋਂ ਦੇਸ਼ ਦੀ ਆਜ਼ਾਦੀ ਹੋਈ ਹੈ ਕਿ ਪਹਿਲਾ ਜੇਲ੍ਹ ਮੰਤਰੀ ਜੇਲ੍ਹ 'ਚ ਹੈ, ਔਰ ਤਸਵੀਰਾਂ ਐਸੀਆਂ ਵਾਇਰਲ ਹੋਈਆਂ ਤੇ ਨਿਸ਼ਾਨੇ ਤੇ ਆ ਗਏ ਜੇਲ੍ਹ ਮੰਤਰੀ ਸਤਿੰਦਰ ਜੈਨ। ਦੇਖੋ, ਫਿਰ ਹੁਣ ਗੱਲ ਉੱਥੇ ਆਉਂਦੀ ਨਾ, ਇਹ ਕਹਿੰਦੇ ਅਸੀਂ ਕੱਟੜ ਇਮਾਨਦਾਰ ਹਾਂ। ਮੇਰੇ ਹਿਸਾਬ ਨਾਲ ਇਹ ਕੱਟੜ ਇਮਾਨਦਾਰ ਨਹੀਂ, ਇਹ ਵੱਡੇ ਬੇਈਮਾਨ ਬੰਦੇ ਨੇ। ਸਤਿੰਦਰ ਜੈਨ ਨੂੰ ਦੇਖੋ, ਕੇਜਰੀਵਾਲ ਕਹੀ ਜਾਂਦਾ ਇਹ ਹਮਾਰਾ ਬਹੁਤ ਇਮਾਨਦਾਰ ਆਦਮੀ, ਉਹਦੇ ਆਫਸ਼ੋਰ ਅਕਾਊਂਟ 16,
ਜਿਹਦੇ ਸੈਂਕੜੇ ਕਰੋੜ ਰੁਪਇਆ ਵਿਦੇਸ਼ਾਂ ਦਾ ਕਾਲਾ ਧਨ ਇਹਦੇ ਅਕਾਊਂਟ ਵਿੱਚ ਆਇਆ ਹੋਇਆ, ਤਾਈਓ ਉਹਨੂੰ ਅਦਾਲਤ ਬੇਲ ਨਹੀਂ ਦੇ ਰਹੀ। ਔਰ ਉਸ ਤੋਂ ਅੱਗੇ ਤੁਸੀਂ ਚੱਲ ਜਾਓ, ਇੱਕ ਸੁਕੇਸ਼ ਚੰਦਰਾ ਸ਼ੇਖਰ ਹੋਇਆ ਜਿਹੜਾ ਕੌਨਮੈਨ ਹੈ ਇੰਡੀਆ ਦਾ ਬਹੁਤ ਵੱਡਾ, ਜਿਹੜਾ ਤਿਹਾੜ ਜੇਲ੍ਹ ਵਿੱਚ ਬੰਦ ਸੀ, ਉਹਨੇ ਐਫੀਡੇਵਿਟ ਦਿੱਤਾ ਵਾ ਕੋਰਟ 'ਚ, ਔਰ LG ਨੂੰ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਸ਼ਿਕਾਇਤ ਕੀਤੀ ਕਿ 50 ਕਰੋੜ ਰੁਪਇਆ ਤਾਂ ਮੇਰੇ ਤੋਂ ਸਤਿੰਦਰ ਜੈਨ ਤੇ ਕੇਜਰੀਵਾਲ ਨੇ ਲਿਆ ਵਾ ਫॉर ਪ੍ਰੋਟੈਕਸ਼ਨ ਮਨੀ। ਔਰ ਉਹਦੀ ਤਸਵੀਰ ਹੁਣ ਸਾਹਮਣੇ ਆ ਗਈ ਕਿ ਸਤਿੰਦਰ ਜੈਨ, ਜਿਹੜੇ ਕਹਿੰਦੇ ਅਸੀਂ ਬਹੁਤ ਸਧਾਰਨ ਜਿਹੇ ਬੰਦੇ, ਉਹ ਮਾਲਿਸ਼ ਕਰਾ ਰਿਹਾ ਵਾ, ਮਸਾਜ ਹੋ ਰਹੀ ਆ, ਚੰਪੀ ਹੋ ਰਹੀ ਆ। ਇਸ ਕਰਕੇ ਇਹ ਬਹੁਤ ਮੈਂ ਸਮਝਦਾ ਕਿ ਦੋਗਲੀ ਜਮਾਤ ਪੈਦਾ ਹੋ ਗਈ ਸਾਡੇ ਦੇਸ਼ ਵਿੱਚ। ਪਰ ਮਨੀਸ਼ ਸਿਸੋਦੀਆ ਤਾਂ ਇਹ ਕਹਿ ਰਹੇ ਸੀ ਉਹਨਾਂ ਦੀ ਸਰਜਰੀ ਹੋਈ ਹੈ ਤੇ ਉਹਨਾਂ ਨੂੰ ਦੱਸਿਆ ਡਾਕਟਰ ਨੇ ਸਹੂਲਤਾਂ ਲਈ। ਉਸ ਵੀਡੀਓ 'ਚ ਸਰਜਰੀ ਲੱਗਦਾ ਤੁਹਾਨੂੰ? ਉਹ ਪੂਰਾ ਇੰਜੋਏ ਕਰ ਰਿਹਾ ਵਾ, ਇੱਕ ਆਦਮੀ ਉਹਦੀ ਸਿਰ ਦੀ ਮਾਲਿਸ਼ ਕਰ ਰਿਹਾ, ਬੋਡੀ ਦੀ ਮਸਾਜ ਕਰ ਰਿਹਾ ਵਾ। ਸਰਜਰੀ ਤੋਂ ਬਾਅਦ ਅਗਰ ਕੋਈ ਗੱਲ ਹੁੰਦੀ, ਫਿਜ਼ੀਓਥੈਰੇਪੀ ਹੁੰਦੀ ਆ, ਉਹਦਾ ਬਕਾਇਦਾ ਤੌਰ ਤੇ ਜੇਲ੍ਹ 'ਚ ਪ੍ਰੋਵੀਜ਼ਨ ਹੈ। ਅਗਰ ਤੁਹਾਨੂੰ ਕੋਈ ਜ਼ਿਆਦਾ ਤੁਸੀਂ ਬਿਮਾਰ ਹੋ, ਜੇਲ੍ਹ ਤੁਹਾਨੂੰ ਰੈਫਰ ਕਰਦੀ ਆ ਕਿਸੇ ਹਸਪੀਟਲ ਵਿੱਚ, ਉੱਥੇ ਜਾ ਕੇ ਇਲਾਜ ਕੀਤਾ ਜਾਂਦਾ। ਇੱਦਾਂ ਸੈੱਲ ਦੇ ਅੰਦਰ ਬੰਦੇ ਬੁਲਾ ਕੇ ਮਾਲਿਸ਼ਾਂ ਕਰਾ ਕੇ ਥੋੜ੍ਹਾ ਉਹਦਾ ਇਲਾਜ ਹੁੰਦਾ, ਉਹ ਤਾਂ ਝੂਠ ਬੋਲਦੇ। ਹੁਣ ਹਰਜੋਤ ਬੈਂਸ ਨੂੰ ਪੁੱਛਣਾ ਚਾਹੁੰਦਾ ਮੈਂ ਕਿ ਤੁਸੀਂ ਇੱਥੇ ਕਹਿੰਦੇ ਸੀ ਜੀ ਬੜਾ VVI ਕਲਚਰ ਪੈਦਾ ਕੀਤਾ ਕਾਂਗਰਸ ਨੇ, ਤੇ ਤੁਸੀਂ ਘੱਟ ਕਰ ਰਹੇ ਹੋ ਦਿੱਲੀ ਦੇ ਵਿੱਚ। ਤੁਹਾਡੀਆਂ ਜੇਲ੍ਹ ਡਿਪਾਰਟਮੈਂਟ ਕੇਜਰੀਵਾਲ ਦੇ ਥੱਲੇ ਆ। ਔਰ ਹਰਜੋਤ ਦੀ ਗੱਲ ਆ ਗਈ ਤਾਂ ਮੈਨੂੰ ਮਾਈਨਿੰਗ ਚੇਤੇ ਆ ਗਈ। ਸ਼ਰੇਆਮ ਆਨੰਦਪੁਰ ਸਾਹਿਬ ਦਾ ਭਲਾਨ ਪਿੰਡ, ਉਹਦੇ 'ਚ 36-37 ਫੁੱਟ ਡੂੰਗੀ ਡੀਸਿਲਟਿੰਗ ਮਾਈਨਿੰਗ ਕੀਤੀ ਆ, ਜਿਹੜੀ ਕਿ ਗੈਰ ਕਾਨੂੰਨੀ, ਜਿਹੜੀ ਹਾਈ ਕੋਰਟ ਨੇ ਬੰਦ ਕਰਾ ਦਿੱਤੀ ਆ। ਔਰ ਜਿਹੜੇ ਬੰਦੇ ਉਹਦੀ ਵਿਰੋਧ ਕਰਦੇ ਸੀਗੇ, ਉੱਥੇ ਇੱਕ ਇਲਾਕਾ ਸੰਘਰਸ਼ ਕਮੇਟੀ ਬਣੀ ਸੀ, ਹਰਦੇਵ ਸਿੰਘ ਹੁਣੀ, ਇੱਕ ਮੁੰਡਾ ਵਕੀਲ ਸੀ ਵਿਸ਼ਾਲ ਸੈਣੀ, ਅਤੇ 6 ਜਾਣੇ, ਉਲਟਾ ਉਹਨਾਂ ਦੇ ਪਰਚਾ ਦਰਜ ਕਰਤਾ ਵਾ। ਜਿਹੜਾ ਕੰਮ ਪੁਰਾਣੀਆਂ ਪਾਰਟੀਆਂ ਕਰਦੀਆਂ ਰਹੀਆਂ, ਉਹਨੂੰ ਉਹਦੇ ਰਿਕਾਰਡ ਤੋੜ ਰਹੇ ਨੇ ਹਰ ਗੱਲ ਦੇ। ਔਰ ਇਹ ਕਹਿੰਦੇ ਅਸੀਂ ਬਦਲਾਖੋਰੀ ਨਹੀਂ ਕਰਦੇ। ਹੋਰ ਬਦਲਾਖੋਰੀ ਕੀ ਹੁੰਦੀ ਆ? ਤੁਸੀਂ ਆਪਣੇ ਓਪੋਨੈਂਟਸ 'ਤੇ ਪਰਚੇ ਦਰਜ ਕਰ ਰਹੇ ਹੋ, ਜਾਂ ਤਾਂ ਹੋਵੇ ਨਾ ਕਿ ਤੁਸੀਂ ਨਿਰਪੱਖਤਾ ਦੇ ਨਾਲ ਕਰ ਰਹੇ ਹੋ। ਤੁਸੀਂ ਹੁਣ ਇੱਕ ਉਹਨਾਂ ਬੰਦਿਆਂ 'ਤੇ ਜਿਹੜੀ 6 ਆਨੰਦਪੁਰ ਸਾਹਿਬ ਭਲਾਨ ਪਿੰਡ ਦਾ ਮਸਲਾ, ਉਹਨਾਂ 'ਤੇ ਇਲਜ਼ਾਮ ਲੱਗਿਆ ਕਿ ਇਹਨਾਂ ਦੀ ਆਡੀਓ ਵਾਇਰਲ ਹੋਈ ਜੀ ਇੱਕ, ਔਰ ਉਸ ਆਡੀਓ ਦੇ ਆਧਾਰ ਦੇ ਉੱਤੇ ਐਕਸਟੋਰਸ਼ਨ ਦਾ ਪਰਚਾ ਦਰਜ ਕੀਤਾ। ਤੇ ਸਰਾਰੀ ਕੀ ਹੈ? ਫੌਜਾ ਸਿੰਘ ਸਰਾਰੀ, ਉਹਦੀ ਆਡੀਓ ਦੇ ਉੱਤੇ ਕੋਈ ਪਰਚਾ ਦਰਜ ਨਹੀਂ ਹੋਇਆ। ਸੋ ਇਹਨਾਂ ਦੀ ਜਿਹੜੀ ਹੈ ਨਾ ਗ੍ਰਾਫ ਤੇ ਇਹਨਾਂ ਦੀ ਫੂਕ, ਉਹ ਪੰਜਾਬ ਦੇ ਵਿੱਚ ਬਹੁਤ ਤੇਜ਼ੀ ਨਾਲ ਨਿਕਲ ਰਹੀ ਆ। ਤਾਂ ਸੰਗਰੂਰ ਉਹਦਾ ਇੱਕ ਸਿੱਧਾ ਪੱਧਰਾ ਉਦਾਹਰਨ ਆ। ਲੋਕਾਂ ਨੇ 3 ਮਹੀਨੇ 'ਚ ਰਿਜੈਕਟ ਕਰਤੇ ਸੀਗੇ, ਬਿਕੋਜ਼ ਇਹ ਅਨਟ੍ਰੇਨਡ ਬੰਦਿਆਂ ਦਾ ਟੋਲਾ ਵਾ। ਲੋਕਾਂ ਨੇ ਆ ਤਾਂ ਗਏ ਹਵਾ ਦੇ ਨਾਲ, ਬੁੱਲੇ ਦੇ ਨਾਲ, ਲੇਕਿਨ ਇਹਨਾਂ ਨੂੰ ਕੰਮ ਦਾ ਨਾ ਕੋਈ ਤਜਰਬਾ। ਇਹਨਾਂ ਦੇ MLAs ਦੇਖੋ ਕਿੰਨੀ ਅਵਗਿਆਵਾਂ ਕਰ ਰਹੇ ਨੇ, ਕਿੱਦਾਂ ਅਫਸਰਾਂ ਦੇ ਗਲ ਪੈਂਦੇ ਨੇ, ਔਰ ਕਿੰਨਾ ਇਮੋਰਲ ਐਕਟਸ ਹੈ ਇਹਨਾਂ ਦੇ। ਕੁਛ MLAs ਤੁਸੀਂ ਦੇਖ ਲਿਆ, ਪਠਾਨ ਮਾਜਰਾ ਵਗੈਰਾ। ਔਰ ਇਹਨਾਂ ਨੇ ਆਪਣੇ ਹੀ 2 MLAs ਦੀ ਹੁਣ ਇਨਕੁਆਇਰੀ ਆਰਡਰ ਕੀਤੀ ਹੈ, ਸਰਬਜੀਤ ਕੌਰ ਮਾਣੂਕੇ ਦੀ, ਤੇ ਉਹ ਜਿਹੜਾ ਹੈਗਾ ਵਾ ਫਰੀਦਕੋਟ ਦਾ MLA, ਔਨ ਅਕਾਊਂਟ ਆਫ ਪੈਸੇ ਲੈ ਰਹੇ ਨੇ ਡਰੱਗਸ ਤੋਂ, ਪੈਸੇ ਲੈ ਰਹੇ ਨੇ ਗੈਰ ਕਾਨੂੰਨੀ ਮਾਈਨਿੰਗ ਤੋਂ। ਸੋ ਇਸ ਕਰਕੇ ਇਹ ਕਹਿੰਦੇ ਕੁਛ ਨੇ ਤੇ ਕਰਦੇ ਬਿਲਕੁਲ ਉਹਦੇ ਉਲਟ। ਇਹਨਾਂ ਦਾ ਕਿਰਦਾਰ ਦੱਸ ਰਿਹਾ ਪਿਛਲੇ 9 ਮਹੀਨਿਆਂ ਦਾ। ਇੱਕ ਪਾਸੇ ਸਰਕਾਰ ਦੀ ਭੂਮਿਕਾ ਤੇ ਉਸ ਦੀਆਂ ਜ਼ਿੰਮੇਵਾਰੀਆਂ। ਇੱਕ ਮੇਰਾ ਆਖਰੀ ਸਵਾਲ ਹੈ, ਅੰਮ੍ਰਿਤਪਾਲ ਸਿੰਘ ਦੀ ਜਦੋਂ ਦੀ ਐਂਟਰੀ ਹੋਈ ਪੰਜਾਬ ਵਿੱਚ, ਉਸਨੇ ਆਪਣੇ ਵਿਚਾਰਾਂ ਦੇ ਨਾਲ ਚਾਹੇ ਨੌਜਵਾਨਾਂ ਨੂੰ ਪਿੱਛੇ ਲਾਇਆ, ਜਾਂ ਅੰਮ੍ਰਿਤ ਛਕਾਉਣ ਦੀ ਗੱਲ ਹੈ ਜਿਹੜੀ ਉਹ ਫਿਰ ਤੋਂ ਤੋਰੀ ਉਸ ਤਰੀਕੇ ਨਾਲ ਜਿਵੇਂ ਨਹੀਂ ਤੁਰ ਰਹੀ ਸੀ ਉਸ ਦੇ ਮੁਤਾਬਕ। ਪਰ ਉਸ ਦੇ ਉੱਤੇ ਹਰੇਕ ਪੋਲੀਟੀਕਲ ਪਾਰਟੀ, ਖਾਸ ਕਰਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੀ ਵੀ ਬਹੁਤ ਅੱਖ ਹੈ। ਥਾਂ ਥਾਂ ਤੇ ਉਹ ਟਵੀਟ ਵੀ ਕਰਦੇ ਆ, ਜਿੱਥੇ ਜਾਂਦੇ ਆ ਉਹਨਾਂ ਦੇ ਖਿਲਾਫ ਵੀ ਬੋਲਦੇ ਆ। ਤੁਹਾਡਾ ਅੰਮ੍ਰਿਤਪਾਲ ਸਿੰਘ ਬਾਰੇ ਸਟੈਂਡ ਕੁਝ ਹੋਰ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਉਸ ਨੂੰ ਸਮਝਿਆ ਨਹੀਂ ਜਾ ਰਿਹਾ, ਜਾਂ ਫਿਰ ਕਿਤੇ ਨਾ ਕਿਤੇ ਕੋਈ ਸ਼ੱਕ ਦੇ ਆਧਾਰ ਤੇ ਵੇਖਣਾ? ਮੈਂ ਅੰਮ੍ਰਿਤਪਾਲ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰ ਰਿਹਾ। ਮੈਂ ਇਹ ਕਹਿਣਾ ਵਾਂ ਕਿ ਸਾਨੂੰ ਇਸ ਦੇਸ਼ ਵਿੱਚ ਸੰਵਿਧਾਨ ਨੇ ਫਰੀडम ਟੂ ਸਪੀਚ ਐਂਡ ਫਰੀडम ਟੂ ਐਕਸਪ੍ਰੈਸ਼ਨ ਦਾ ਰਾਈਟ ਦਿੱਤਾ ਹੋਇਆ ਵਾ। ਜਦ ਤੱਕ ਕੋਈ ਆਦਮੀ ਕਿਸੇ ਵਾਇਲੈਂਟ ਗੱਲ ਵਿੱਚ ਉਹਦੀ ਇਨਵੋਲਵਮੈਂਟ ਨਹੀਂ ਆ ਰਹੀ, ਕਤਲੋ ਗਾਰਤ, ਮਾਰ ਤਾੜ, ਖੂਨ ਖਰਾਬਾ, ਉਦੋਂ ਤੱਕ ਵੀ ਕੈਨੋਟ ਸਟਾਪ ਹਿਮ। ਔਰ ਇਸ ਗੱਲ ਨੂੰ ਇਹਦੇ ਤੇ ਮੋਹਰ ਲਾਈ ਆ ਸੁਪਰੀਮ ਕੋਰਟ ਆਫ ਇੰਡੀਆ ਨੇ। ਸਿਮਰਜੀਤ ਸਿੰਘ ਮਾਨ ਤੇ ਜਿੰਨੇ ਮੁਕੱਦਮੇ ਦਰਜ ਹੋਏ ਸੀ, ਇਸ ਕਰਕੇ ਹੋਏ ਸੀ ਕਿਉਂਕਿ ਖਾਲਿਸਤਾਨ ਮੰਗਦੇ ਸੀਗੇ। ਔਰ ਪਹਿਲਾਂ ਇਹ ਗੱਲ ਕਾਫੀ ਅਰਸਾ ਇਹੀ ਪ੍ਰਚਾਰ ਕੀਤਾ ਗਿਆ ਕਿ ਬੜੀ ਗਲਤ ਗੱਲ ਹੈ ਜੀ, ਇਹ ਦੇਸ਼ ਟੁੱਟ ਜਾਏਗਾ। ਸੁਪਰੀਮ ਕੋਰਟ ਨੇ ਕਿਹਾ ਕਿ ਮਹਿਜ਼ ਮੰਗ ਕਰਨਾ, ਈਵਨ ਫॉर ਅ ਇੰਡੀਪੈਂਡੈਂਟ ਸਟੇਟ, ਇਜ਼ ਨੋ ਆਫੈਂਸ। ਸੋ ਮੈਂ ਉਸ ਐਂਗਲ ਤੋਂ ਕਹਿਣਾ ਵਾਂ ਕਿ ਜਦ ਤੱਕ ਅੰਮ੍ਰਿਤਪਾਲ ਸਿੰਘ ਕੋਈ ਇੱਦਾਂ ਦੀ ਗੱਲ ਕਰ ਰਿਹਾ ਪ੍ਰਚਾਰ ਰਾਹੀਂ, ਉਹਦੇ ਬਾਰੇ ਆਪਾਂ ਕੀ ਕਹਾਂਗੇ? ਆਪਾਂ ਕੀ ਕਹਾਂਗੇ ਕਿ ਹੁਣ ਗੋਲੀ ਮਾਰ ਦਿਓ ਕਿਸੇ ਬੰਦੇ ਨੂੰ? ਜੇ ਉਹ ਫਰਜ਼ ਕਰੋ 1 ਮਿੰਟ ਵਾਸਤੇ ਕਹਿ ਰਿਹਾ ਵਾ ਕਿ ਅੰਮ੍ਰਿਤ ਛਕਾਉਣਾ ਮੈਂ ਲੋਕਾਂ ਨੂੰ, ਹਾਊ ਕੈਨ ਵੀ ਸੇ ਕਿ ਤੁਸੀਂ ਅੰਮ੍ਰਿਤ ਨਾ ਛਕਾਓ, ਤੁਸੀਂ ਉਹਨਾਂ ਨੂੰ ਆਪਣੇ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾ ਜੋੜੋ। ਹਾਂ, ਅਗਰ ਅੰਮ੍ਰਿਤਪਾਲ ਸਿੰਘ ਦੀ ਐਕਟੀਵਿਟੀਜ਼ ਇੱਦਾਂ ਦੀਆਂ ਨਜ਼ਰ ਆਉਣ ਜਿਹੜੀਆਂ ਵਾਇਲੈਂਟ ਇਨ ਨੇਚਰ ਆ, ਦੈਟ ਇਜ਼ ਦ ਟਾਈਮ ਟੂ ਕੰਡੈਮ ਹਿਮ। ਸੋ ਹਲੇ ਅਨਨੈਸੈਸਰੀ ਉਹ ਗੱਲ ਹੋ ਰਿਹਾ। ਔਰ ਉਹਦੇ 'ਚ ਮੈਂ ਸਮਝਦਾ ਕਿ
ਜਿਹੜਾ ਪੰਜਾਬ ਦਾ ਇਸ ਵਕਤ ਵਾਤਾਵਰਨ ਆ ਉਹ ਬੇਸਿਕਲੀ ਕਿਸਾਨ ਅੰਦੋਲਨ ਤੋਂ ਬਾਅਦ ਐਂਟੀ ਦਿੱਲੀ ਬਣੀਆਂ ਹੋਈਆਂ ਫੀਲਿੰਗਸ ਲੋਕਾਂ ਦੀਆਂ। ਲੋਕ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੀ ਜਿਹੜੀ ਸਾਰਾ ਸੱਤਾ ਦੀ ਪ੍ਰਣਾਲੀ ਹੈਗੀ ਉਹ ਪੰਜਾਬ ਦੇ ਵਿੱਚੋਂ ਚੱਲੇ। ਔਰ ਇਹ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਅੰਮ੍ਰਿਤਪਾਲ ਘੁੰਮ ਰਿਹਾ ਵਾ, ਇਹ ਸਾਰਾ ਬਾਦਲਾਂ ਦੀ ਦੇਣ ਹੈਗੀ ਆ। ਉਹਨਾਂ ਨੇ ਸਾਰੀ ਪੋਲੀਟੀਕਲ ਸਪੇਸ ਖਾਲੀ ਕੀਤੀ ਜਦੋਂ ਉਹਨਾਂ ਨੇ ਸਿਰਫ ਸੱਤਾ ਦੇ ਲਾਲਚ ਵਿੱਚ ਸਾਰੇ ਸਿਧਾਂਤ ਕੰਪਰੋਮਾਈਜ਼ ਕਰ ਲਏ ਅਕਾਲੀ ਦਲ ਦੇ। ਮਤਲਬ ਘੱਟ ਗਿਣਤੀਆਂ ਦੇ ਬਾਰੇ ਬੋਲਣਾ ਛੱਡਤਾ, ਕਿਸਾਨਾਂ ਬਾਰੇ ਬੋਲਣਾ ਛੱਡਤਾ, ਸਿੱਖਾਂ ਬਾਰੇ ਬੋਲਣਾ ਛੱਡਤਾ, ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਕਰਨ ਵਾਲੇ ਬੇਅਦਬੀਆਂ ਦੇ ਉਲਟ ਪੁਲਿਸ ਵਾਲਿਆਂ ਦੀ ਹਿਫਾਜ਼ਤ ਕੀਤੀ। ਜਿਹੜੇ ਬਾਈਬਲ ਕਲਾਂ 'ਚ 2 ਕਤਲ ਹੋਏ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਉਹ ਸਾਰੀ ਪੋਲੀਟੀਕਲ ਸਪੇਸ ਖਾਲੀ ਹੋ ਗਈ। ਇਸ ਕਰਕੇ ਜਿਹੜਾ ਆਦਮੀ ਕੋਈ ਜਦ ਤੱਕ ਉਹ ਪ੍ਰਚਾਰ ਕਰ ਰਿਹਾ ਵਾ ਉਦੋਂ ਤੇ ਸਾਨੂੰ ਉਹਦੇ 'ਤੇ ਬਹੁਤ ਵੱਡੇ ਪੱਧਰ 'ਤੇ ਟਿੱਪਣੀਆਂ ਕਰਨਾ ਡਜ਼ਨਟ ਮੇਕ ਐਨੀ ਸੈਂਸ। ਬਾਕੀ ਸਾਰਿਆਂ ਨੂੰ ਆਪਣਾ ਆਪਣਾ ਰਾਈਟ ਹੈਗਾ, ਕਿਉਂਕਿ ਹਰ ਇੱਕ ਦੇ ਆਪਣੇ ਆਪਣੇ ਦੇਖੋ ਪੰਜਾਬ ਦੇ ਵਿੱਚ ਕੀ ਹੈਗਾ ਕਿ 2 ਤਰ੍ਹਾਂ ਦੀ ਪੋਲੀਟਿਕਸ ਚੱਲਦੀ। ਇੱਕ ਹੈਗੀ ਨੈਸ਼ਨਲਿਸਟ ਪੋਲੀਟਿਕਸ, ਕੁਛ ਸਾਡੇ ਬੰਦੇ ਸਾਡੀ ਪਾਰਟੀ ਦੇ ਔਰ ਕੁਛ ਸਾਰੀਆਂ ਪਾਰਟੀਆਂ ਦੇ ਵਿੱਚੋਂ ਦੇ ਓਨਲੀ ਸਪੀਕ ਐਜ਼ ਅ ਨੈਸ਼ਨਲਿਸਟ। ਨੈਸ਼ਨਲਿਸਟ ਹੋਣਾ ਕੋਈ ਮਾੜੀ ਗੱਲ ਨਹੀਂ ਗੀ, ਬਟ ਵਾਟ ਅਬਾਊਟ ਰੀਜਨਲ ਫੀਲਿੰਗਸ। ਪੰਜਾਬ ਦੀ ਇੱਕ ਘੱਟ ਗਿਣਤੀ ਸਟੇਟ ਆ ਤੇ ਪੰਜਾਬ ਦੀ ਘੱਟ ਗਿਣਤੀਆਂ ਵਾਸਤੇ, ਪੰਜਾਬ ਦੀ ਕਿਸਾਨੀ ਵਾਸਤੇ ਅਗਰ ਪੰਜਾਬ ਦੇ ਲੀਡਰ ਤੇ ਪਾਰਟੀਆਂ ਨਹੀਂ ਬੋਲਣਗੀਆਂ ਕੌਣ ਬੋਲੇਗਾ? ਇਟ ਇਜ਼ ਨਾਟ ਅ ਨੋਰਮਲ ਸਟੇਟ। ਜੰਮੂ ਕਸ਼ਮੀਰ ਤੇ ਪੰਜਾਬ ਇੱਕ ਅਲੱਗ ਸਟੇਟਸ ਨੇ। ਸੋ ਇਸ ਕਰਕੇ ਇਹਨਾਂ ਦੀਆਂ ਘੱਟ ਗਿਣਤੀ ਦੀ ਆਈਡੈਂਟੀਟੀ ਦੇ ਬਾਰੇ ਆਪਣਾ ਵਿਚਾਰ ਰੱਖਣਾ ਔਰ ਉਹਨਾਂ ਨੂੰ ਡਿਫੈਂਡ ਕਰਨਾ, ਇਹ ਵੈਸੇ ਹੀ ਸਾਡੇ ਸਟੇਟ ਦੇ ਸੂਬੇ ਦੇ ਲੀਡਰਾਂ ਦਾ ਤੇ ਪੋਲੀਟੀਕਲ ਪਾਰਟੀਆਂ ਦੀ ਰਿਸਪੌਂਸਿਬਿਲਿਟੀ ਬਣਦੀ। ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ। ਇਹ ਸਨ ਸਾਡੇ ਨਾਲ ਵਿਧਾਇਕ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਨੇ ਆਪਣੇ ਪੱਧਰ ਦੇ ਉੱਤੇ ਔਰ ਆਪਣੀ ਵਿਚਾਰਧਾਰਾ ਦੇ ਤੌਰ ਦੇ ਉੱਤੇ ਇਹਨਾਂ ਮਸਲਿਆਂ ਦੇ ਉੱਤੇ ਆਪਣੀ ਗੱਲਬਾਤ ਰੱਖੀ ਹੈ, ਵਿਚਾਰ ਸਾਂਝੇ ਕੀਤੇ ਨੇ। ਸਰਕਾਰ ਦੀਆਂ ਕੰਮਾਂ ਦੇ ਉੱਤੇ ਜਾਂ ਪੰਜਾਬ ਵਿੱਚ ਚੱਲ ਰਹੇ ਮਾਹੌਲ ਦੇ ਪ੍ਰਤੀ ਤੁਹਾਡਾ ਕੀ ਨਜ਼ਰੀਆ ਹੈ, ਤੁਸੀਂ ਕੀ ਸੋਚਦੇ ਹੋ? ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ। ਫਿਲਹਾਲ ਇਸ ਮੁਲਾਕਾਤ ਵਿੱਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।